हेलो एवरीवन वेलकम टू ਵਿਕਟਰਸ ਨੌਲੇਜ ਦਿਸ ਇਜ਼ ਚੀਨੂ ਸ਼ਰਮਾ ਤੇ ਜੇ ਤੁਸੀਂ ਮੇਰੇ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਪਲੀਜ਼ ਡੂ ਸਬਸਕ੍ਰਾਈਬ ਇਟ ਸੋ ਆਪਾਂ ਨੂੰ ਪਤਾ ਹੈ ਕਿ ਹੁਣ ਸਬ ਇੰਸਪੈਕਟਰ ਦੇ ਐਗਜ਼ਾਮ ਦੇ ਐਡਮਿਟ ਕਾਰਡਸ ਆਊਟ ਹੋ ਗਏ ਨੇ ਤੇ ਆਪਣਾ ਐਗਜ਼ਾਮ ਬਹੁਤ ਹੀ ਨੇੜੇ ਆ ਗਿਆ ਸੋ 17 ਤੋਂ 24 ਜਿਹੜੀ ਡੇਟ ਆਪਾਂ ਨੂੰ ਮਿਲੀ ਹੈ ਐਗਜ਼ਾਮ ਦੀ ਹੁਣ ਬਹੁਤ ਸਾਰੇ ਸਟੂਡੈਂਟਸ ਇਸ ਟਾਈਮ ਤੇ ਆ ਕੇ ਪੈਨਿਕ ਕਰ ਰਹੇ ਨੇ ਕਿ ਅਸੀਂ ਕੰਪਿਊਟਰ ਦੀ ਤਿਆਰੀ ਕਿਵੇਂ ਕਰੀਏ ਸੋ ਕੰਪਿਊਟਰ ਦੇ ਲਈ ਤੁਸੀਂ ਕੀ ਕਰਨਾ ਹੈ ਮੇਰੇ ਇਸ ਚੈਨਲ ਉੱਤੇ ਜਿੰਨੀਆਂ ਵੀ ਥਿਓਰੈਟੀਕਲ ਵੀਡੀਓਜ਼ ਨੇ ਤੁਸੀਂ ਉਹਨਾਂ ਨੂੰ ਦੇਖੋ ਤੇ ਨਾਲ ਮੈਂ ਇਹ ਦੋ ਪਾਰਟਸ ਦੇ ਵਿੱਚ ਜੋ ਵੀ ਇੰਪੋਰਟੈਂਟ ਸਬ ਇੰਸਪੈਕਟਰ ਐਗਜ਼ਾਮ ਦੇ ਵਿੱਚ ਸਪੈਸ਼ਲੀ ਟੌਪਿਕਸ ਮੈਂਸ਼ਨ ਨੇ ਉਹਨਾਂ ਦੇ ਵਿੱਚੋਂ ਵੀ ਇਹ ਨਹੀਂ ਕਿ ਮੈਂ ਕੋਈ ਰੈਂਡਮ ਤੁਹਾਡੇ ਲਈ ਕੁਐਸਚਨ ਲੈ ਕੇ ਆ ਰਹੀ ਹਾਂ ਜੋ ਕੁਐਸਚਨ ਤੁਹਾਨੂੰ ਆਮ ਤੌਰ ਤੇ ਬਾਕੀ ਕਿਸੇ ਹੋਰ ਸੋਰਸਿਸ ਦੇ ਉੱਤੇ ਪਲੇਟਫਾਰਮ ਉੱਤੇ ਨਹੀਂ ਮਿਲਦੇ ਸੋ ਮੈਂ ਉਹ ਐਮਸੀਕਿਊਜ਼ ਤੁਹਾਡੇ ਲਈ ਲੈ ਕੇ ਆਈ ਹਾਂ ਸੋ ਦੈਟ ਤੁਹਾਡੀ ਜਿਹੜੀ ਤਿਆਰੀ ਹੈ ਉਹ ਹੋਰ ਜ਼ਿਆਦਾ ਸਟਰੋਂਗ ਹੋ ਸਕੇ ਸੋ ਅੱਜ ਦੇ ਇਸ ਪਾਰਟ 1 ਵਿੱਚ ਆਪਾਂ ਫੰਡਾਮੈਂਟਲਸ ਆਫ ਕੰਪਿਊਟਰ ਕੰਪਿਊਟਰ ਹਾਰਡਵੇਅਰ ਇੰਟਰਨੈਟ ਐਂਡ ਵਰਲਡ ਵਾਈਡ ਵੈਬ ਸੋਸ਼ਲ ਮੀਡੀਆ ਪਲੇਟਫਾਰਮ MS Office ਤੇ ਇਹਦੇ ਵਿੱਚ ਮੈਂ ਕੁਝ ਕੁਐਸਚਨ 2019 ਦੇ MS Office ਦੇ ਵਿੱਚੋਂ ਵੀ ਐਡ ਕੀਤੇ ਹੈ ਤੇ ਨਾਲ ਹੀ ਆਪਾਂ ਦੇਖਾਂਗੇ ਇਨਸਟੈਂਟ ਮੈਸੇਜਿੰਗ ਐਪ ਬਾਰੇ ਕੁਝ ਕੁਐਸਚਨ ਤੇ ਜਿਹੜਾ ਨੈਕਸਟ ਪਾਰਟ ਹੋਊਗਾ ਮੈਂ ਉਹ ਤੁਹਾਡੇ ਲਈ ਕੱਲ ਨੂੰ ਵੀਡੀਓ ਲੈ ਕੇ ਆਉਂਗੀ ਉਹਦੇ ਵਿੱਚ ਵੀ ਇਸੇ ਤਰ੍ਹਾਂ ਮੈਂ ਤੁਹਾਡੇ ਲਈ 150 200 ਜਿੰਨੇ ਵੀ ਮੈਨੂੰ ਲੱਗਣਗੇ ਕਿ ਤੁਹਾਡੇ ਐਗਜ਼ਾਮ ਦੇ ਲਈ ਸਫੀਸ਼ੀਐਂਟ ਨੇ ਐਮਸੀਕਿਊਜ਼ ਉਹਨੇ ਕੰਪਾਈਲ ਕਰਕੇ ਵੀਡੀਓ ਲੈ ਕੇ ਆਉਂਗੀ ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਵੀ ਐਮਸੀਕਿਊਜ਼ ਨੇ ਕੰਟੈਂਟ ਮੈਂ ਕੰਪਾਈਲ ਕੀਤਾ ਹੈ ਇਹ ਉਹਨਾਂ ਮੇਜਰ ਸੋਰਸਿਸ ਤੋਂ ਰਿਸਰਚ ਕਰਨ ਤੋਂ ਬਾਅਦ ਮੈਂ ਤਿਆਰ ਕੀਤਾ ਹੈ ਜਿੱਥੋਂ ਪੰਜਾਬ ਗਵਰਨਮੈਂਟ ਦੇ ਚਾਹੇ PSSB ਹੈ ਜਾਂ ਫਿਰ PPSC ਹੈ ਚਾਹੇ ਪੰਜਾਬ ਪਟਵਾਰੀ ਦਾ ਹੁਣੀ ਐਗਜ਼ਾਮ ਹੋਇਆ ਸੀ ਜਾਂ ਪਹਿਲਾਂ ਜੇਲ੍ਹ ਸੁਪਰੀਟੈਂਡੈਂਟ ਦਾ ਹੋਇਆ ਸੀ ਜਿਹੜੇ ਵੀ ਸੋਰਸਿਸ ਤੋਂ ਮੋਸਟਲੀ ਕੰਪਿਊਟਰ ਦੇ ਕੁਐਸਚਨ ਉਹ ਪਾਉਂਦੇ ਨੇ ਮੈਂ ਉਹਨਾਂ ਸੋਰਸਿਸ ਤੋਂ ਕੰਪਾਈਲ ਕਰਕੇ ਇਹ ਤੁਹਾਡੇ ਲਈ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਸੋ ਇਹ ਵੀਡੀਓ ਤੁਸੀਂ ਬਿਲਕੁਲ ਮਿਸ ਨਹੀਂ ਕਰਨੀ 200 ਦੇ 200 ਕੁਐਸਚਨ ਤੁਹਾਨੂੰ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਹੈਲਪ ਕਰਨਗੇ ਸੋ ਨਾਓ ਲੈਟਸ ਗੈਟ ਸਟਾਰਟਡ And before moving further, I want to share something important with you guys. So मैं सब इंस्पेक्टर एग्जाम ਦੇ ਲਈ ਸਪੈਸ਼ਲੀ ਇੱਕ ਟੈਸਟ ਕੰਪਾਈਲ ਕੀਤੇ ਨੇ ਤੇ ਜਿਹੜੇ ਇਹ ਟੈਸਟ ਨੇ ਇਹ ਇਹਨਾਂ 7 ਟੌਪਿਕਸ ਦੇ ਉੱਤੇ ਟੈਸਟ ਨੇ ਅਲੱਗ-ਅਲੱਗ MCQs ਨੇ ਤੇ ਜਿਹੜੇ MCQs ਨੇ ਇਹ ਵੀ ਬਹੁਤ ਹੀ ਜ਼ਿਆਦਾ ਇਮੈਂਸ ਰਿਸਰਚ ਕਰਨ ਤੋਂ ਬਾਅਦ ਮੈਂ ਤਿਆਰ ਕੀਤੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ 600 ਤੋਂ 700 ਦੇ ਕਰੀਬ ਜਿਹੜੇ ਕੁਐਸਚਨ ਨੇ ਉਹ ਇਹ ਜਨਰਲ ਅਵੇਅਰਨੈਸ ਦੇ ਵਿੱਚੋਂ ਤਿਆਰ ਹੋ ਜਾਣਗੇ ਸੋ ਜੇ ਤੁਸੀਂ ਇਹ ਟੈਸਟ ਲੈਣਾ ਚਾਹੁੰਦੇ ਹੋ ਤਾਂ ਇਹਦਾ ਰੇਟ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ ਸਿਰਫ 350 ਰੁਪੀਸ ਦਾ ਇਹ ਟੈਸਟ ਹੈ ਤੇ ਇਹ PDF ਫਾਰਮ ਦੇ ਵਿੱਚ ਹੈ ਵਿਦ ਆਨਸਰਸ ਤੁਹਾਨੂੰ ਮਿਲੂਗਾ ਸੋ ਤੁਸੀਂ ਇਸ ਟੈਸਟ ਨੂੰ ਲੈਣ ਦੇ ਲਈ ਮੈਂ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਡਿਟੇਲਸ ਮੈਂਸ਼ਨ ਕੀਤੀਆਂ ਨੇ ਉਹਨਾਂ ਦੇ ਥਰੂ ਮੈਨੂੰ ਕੰਟੈਕਟ ਕਰ ਸਕਦੇ ਹੋ ਸੋ ਨਾਓ ਲੈਟਸ ਗੈਟ ਸਟਾਰਟਡ ਵਿਦ ਆਵਰ ਵੀਡੀਓ ਸੋ ਇਹ ਵੀਡੀਓ ਹੁਣ ਆਪਾਂ ਫਟਾਫਟ ਇਹਦੇ ਵਿੱਚ ਜੋ ਵੀ ਇੰਪੋਰਟੈਂਟ ਕੁਐਸਚਨਸ ਨੇ ਉਹ ਸਾਰੇ ਦੇਖਾਂਗੇ ਅੱਜ ਫਰਸਟ ਕੁਐਸਚਨ ਹੈ We get list of site after typing a word in search bar ਕਹਿੰਦੇ ਆਪਾਂ ਜਦੋਂ ਕਿਸੇ ਵੀ ਆਪਾਂ ਜਿਹੜਾ ਸਰਚ ਬਾਰ ਹੁੰਦਾ ਕੋਈ ਵੀ ਆਪਾਂ ਬ੍ਰਾਊਜ਼ਰ ਖੋਲਦੇ ਆ ਉੱਥੇ ਆਪਾਂ ਇੱਕ ਵਰਡ ਪਾਉਂਦੇ ਆ ਉਹ ਵਰਡ ਭਰਨ ਤੋਂ ਬਾਅਦ ਕਹਿੰਦੇ ਆਪਣੇ ਕੋਲ ਨੀਚੇ ਆਪਣੇ ਆਪ ਬਹੁਤ ਸਾਰੀਆਂ ਚੀਜ਼ਾਂ ਦਿਖਣ ਲੱਗ ਜਾਂਦੀਆਂ ਨੇ ਬਾਰ ਦੇ ਵਿੱਚ ਸੋ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਸੋ ਉਹਨੂੰ ਆਪਾਂ ਕਹਿੰਦੇ ਆ ਆਪਸ਼ਨ A ਕੀ ਫਰੇਜ਼ ਇਹ ਜਿਹੜਾ ਟੌਪਿਕ ਹੈ ਇਹ ਸਰਚ ਇੰਜਨ ਟੌਪਿਕਸ ਦੇ ਵਿੱਚੋਂ ਕੁਐਸਚਨ ਹੈ Second question है search results are generally presented in a line of result often referred to as ਕਹਿੰਦੇ ਜਦੋਂ ਆਪਾਂ ਕਿਸੇ ਚੀਜ਼ ਨੂੰ ਬ੍ਰਾਊਜ਼ਰ ਦੇ ਵਿੱਚ ਸਰਚ ਇੰਜਨ ਦੇ ਜ਼ਰੀਏ ਸਰਚ ਕਰਦੇ ਹਾਂ ਆਪਾਂ ਉਰੇ ਕੀ ਫਰੇਜ਼ ਪਾਤਾ ਕੋਈ ਵਰਡ ਭਰਤਾ ਨੀਚੇ ਆਪਣੇ ਕੋਲ ਬਹੁਤ ਸਾਰੀ ਲਿਸਟ ਆ ਗਈ ਅਲੱਗ-ਅਲੱਗ ਚੀਜ਼ਾਂ ਦੀ ਕਹਿੰਦੇ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਸੋ ਉਹ ਜਿਹੜੇ ਰਿਜ਼ਲਟ ਆਪਣੇ ਸਾਹਮਣੇ ਆਉਂਦੇ ਨੇ ਬ੍ਰਾਊਜ਼ਰ ਦੇ ਉੱਤੇ ਕੋਈ ਵੀ ਵਰਡ ਭਰ ਕੇ ਸਰਚ ਕਰਨ ਤੋਂ ਬਾਅਦ ਉਹਨਾਂ ਨੂੰ ਆਪਾਂ ਕਹਿੰਦੇ ਆ ਸਰਚ ਇੰਜਨ ਰਿਜ਼ਲਟ ਪੇਜ ਆਪਸ਼ਨ C ਤੀਜਾ ਕੁਐਸਚਨ ਹੈ ਵੈਬ ਸਰਚ ਇੰਜਨ ਸਟੋਰ ਇਨਫੋਰਮੇਸ਼ਨ ਅਬਾਊਟ ਮੈਨੀ ਵੈਬ ਪੇजेस ਬਾਈ ਅ ਡੈਸ਼ ਸੋ ਕਹਿੰਦੇ ਕਿਹਦੀ ਹੈਲਪ ਦੇ ਨਾਲ ਜਿੰਨੇ ਵੀ ਵੈਬ ਸਰਚ ਇੰਜਨ ਨੇ ਚਾਹੇ ਗੂਗਲ ਹੈ ਚਾਹੇ ਕੁਝ ਵੀ ਹੈ ਉਹ ਜਿਹੜੀ ਇਨਫੋਰਮੇਸ਼ਨ ਸਟੋਰ ਕਰਦੇ ਨੇ ਉਹ ਕਰਦੇ ਨੇ ਵੈਬ ਕ੍ਰੋਲਰ ਦੀ ਮਦਦ ਦੇ ਨਾਲ ਨੈਕਸਟ ਕੁਐਸਚਨ ਆ ਗਿਆ ਵੈਬ ਕ੍ਰੋਲਰ ਦਾ ਦੂਜਾ ਨਾਮ ਕੀ ਹੈ ਸੋ ਵੈਬ ਕ੍ਰੋਲਰ ਨੂੰ ਆਪਾਂ ਵੈਬ ਸਪਾਈਡਰ ਵੀ ਕਹਿੰਦੇ ਆ ਫਿਫਥ ਕੁਐਸਚਨ ਹੈ ਸਰਚ ਇੰਜਨ ਆਪਟੀਮਾਈਜ਼ੇਸ਼ਨ ਇਜ਼ ਦ ਪ੍ਰੋਸੈਸ ਆਫ ਡੈਸ਼ ਆਫ ਅ ਵੈਬਸਾਈਟ ਔਰ ਅ ਵੈਬ ਪੇਜ ਇਨ ਅ ਸਰਚ ਇੰਜਨਸ ਸਰਚ ਰਿਜ਼ਲਟ
ਕਹਿੰਦੇ ਜਦੋਂ ਆਪਾਂ ਕਿਸੇ ਚੀਜ਼ ਨੂੰ ਉਰੇ ਤੁਸੀਂ ਗੂਗਲ ਦੀ ਐਗਜ਼ਾਮਪਲ ਲੈ ਕੇ ਚੱਲੋ ਵੀ ਉਹਦੇ ਤੇ ਆਪਾਂ ਨੇ ਕੁਝ ਭਰਿਆ ਆਪਣੇ ਕੋਲ ਨੀਚੇ ਸਰਚ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ। ਕਹਿੰਦੇ ਜਿਹੜੀ ਇਹ ਆਪਟੀਮਾਈਜ਼ੇਸ਼ਨ ਹੈ ਜਿਹੜਾ ਪ੍ਰੋਸੈਸ ਹੈ ਪੂਰਾ ਇਹ ਪ੍ਰੋਸੈਸ ਦੇ ਵਿੱਚ ਜਿਹੜੇ ਆਪਾਂ ਨੂੰ ਚੀਜ਼ਾਂ ਦਿਖਦੀਆਂ ਨੇ ਸਰਚ ਹੋ ਕੇ ਉਹ ਕਿਹੜੇ ਪ੍ਰੋਸੈਸ ਦੀ ਮਦਦ ਦੇ ਨਾਲ ਦਿਖਦੀਆਂ ਨੇ ਉਹ ਹੁੰਦਾ ਅਫੈਕਟਿੰਗ ਦ ਵਿਜ਼ਿਬਿਲਿਟੀ। ਸੋ ਕਹਿੰਦੇ ਜਿਹੜਾ ਵੀ ਆਪਾਂ ਕਿਸੇ ਚੀਜ਼ ਨੂੰ ਸਰਚ ਕਰਦੇ ਹਾਂ ਸਰਚ ਇੰਜਨ ਦੇ ਉੱਤੇ ਤਾਂ ਉਹਨੂੰ ਆਪਾਂ ਕਹਿੰਦੇ ਆ ਵੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਆਪਾਂ ਨੂੰ ਜਿਹੜਾ ਰਿਜ਼ਲਟ ਦਿਖਣਾ ਹੈ ਉਹਦੀ ਵਿਜ਼ਿਬਿਲਿਟੀ ਨੂੰ ਉਹ ਚੀਜ਼ ਅਫੈਕਟ ਕਰਦੀ ਹੈ। ਸੋ ਆਪਾਂ ਨੂੰ ਜੋ ਇੰਪੋਰਟੈਂਟ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਆਪਣੇ ਕੋਲ ਸਰਚ ਹੋ ਕੇ ਸਾਹਮਣੇ ਆ ਜਾਂਦੀਆਂ ਨੇ। ਨੈਕਸਟ ਹੈ SEO। ਸੋ SEO ਕਹਿੰਦੇ ਕਿਸ ਚੀਜ਼ ਦੇ ਲਈ ਹੈ? SEO is to improve the volume and dash to a website from search engine। ਸੋ ਕਹਿੰਦੇ ਜਿਹੜਾ SEO ਹੈ ਇਹ ਵੈਬ ਸਰਚ ਇੰਜਨ ਦੇ ਵਿੱਚ ਕਨਸੈਪਟ ਆਉਂਦਾ ਸਰਚ ਇੰਜਨ ਆਪਟੀਮਾਈਜ਼ੇਸ਼ਨ ਦਾ। ਕਹਿੰਦੇ ਇਸ ਚੀਜ਼ ਦੇ ਨਾਲ ਆਪਾਂ ਕੀ ਕਰਦੇ ਹਾਂ? ਸੋ ਜਦੋਂ ਵੀ ਆਪਾਂ ਨੇ ਕੋਈ ਵੈਬਸਾਈਟ ਜਾਂ ਕੋਈ ਵੀ ਆਪਾਂ ਨੇ ਚੀਜ਼ ਵੈਬ ਇੰਜਨ ਦੇ ਉੱਤੇ ਟਾਈਪ ਕਰਕੇ ਸਰਚ ਕਰਨੀ ਹੈ ਤਾਂ SEO ਦੀ ਮਦਦ ਦੇ ਨਾਲ ਜਿਹੜੀ ਉਹ ਚੀਜ਼ ਹੈ ਉਹਦੀ ਵੋਲਿਊਮ ਪਲੱਸ ਉਹਦੀ ਜਿਹੜੀ ਕੁਆਲਿਟੀ ਹੈ ਉਹ ਇਨਕਰੀਜ਼ ਹੁੰਦੀ ਹੈ। ਸੋ ਤੁਸੀਂ ਯਾਦ ਰੱਖਣਾ ਹੈ ਵੀ ਜਿਹੜਾ ਸਰਚ ਇੰਜਨ ਆਪਟੀਮਾਈਜ਼ੇਸ਼ਨ ਹੈ SEO ਹੈ ਇਹਦੀਆਂ ਕਿਹੜੀਆਂ ਕੁਆਲਿਟੀਜ਼ ਨੇ ਇਹਦੇ ਫੰਕਸ਼ਨ ਕੀ ਹੈ। ਨੈਕਸਟ ਹੈ ਅ ਕੀਵਰਡ ਸਰਚ ਇੰਜਨ। ਸੋ ਜਦੋਂ ਵੀ ਆਪਾਂ ਗੂਗਲ ਦੇ ਵਿੱਚ ਕੋਈ ਇੱਕ ਵਰਡ ਪਾਇਆ ਤਾਂ ਉਹਦੇ ਨਾਲ ਕੀ ਹੁੰਦਾ ਕੋਈ ਇੱਕ ਮੇਨ ਕੀਵਰਡ ਪਾਤਾ ਤਾਂ ਕਹਿੰਦੇ ਉਹਦੇ ਨਾਲ ਕੀ ਹੁੰਦਾ it returns a list of site based on search term to enter। ਮੰਨ ਲਓ ਤੁਸੀਂ ਗੂਗਲ ਦੇ ਉੱਤੇ ਗੂਗਲ ਕੀ ਹੈ ਇੱਕ ਸਰਚ ਇੰਜਨ ਹੈ ਉਹਦੇ ਉੱਤੇ ਤੁਸੀਂ ਇੱਕ ਵਰਡ ਪਾਤਾ A ਲਿਖਤਾ ਤਾਂ ਤੁਹਾਨੂੰ A ਦੇ ਨਾਲ ਅੱਗੇ ਹਜ਼ਾਰਾਂ ਚੀਜ਼ਾਂ ਦੀ ਲਿਸਟ ਸਾਹਮਣੇ ਆ ਜਾਂਦੀ ਹੈ ਜੋ ਵੀ ਮੇਨ ਚੀਜ਼ਾਂ ਪੂਰੀ ਦੁਨੀਆ ਦੇ ਵਿੱਚ A ਵਰਡ ਤੋਂ ਟੌਪ ਤੇ ਚੱਲ ਰਹੀਆਂ ਹੁੰਦੀਆਂ ਨੇ ਸਰਚ ਵਿੱਚ। ਸੋ 8th ਕੁਐਸਚਨ ਹੈ a subject oriented search engine। ਸੋ ਕਹਿੰਦੇ ਜਦੋਂ ਆਪਾਂ ਕਿਸੇ ਪਾਰਟਿਕੂਲਰ ਸਬਜੈਕਟ ਨੂੰ ਲੈ ਕੇ ਕਿਸੇ ਪਾਰਟਿਕੂਲਰ ਚੀਜ਼ ਨੂੰ ਲੈ ਕੇ ਸਰਚ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ it returns a list of sites that have been reviewed by human। ਸੋ ਕਹਿੰਦੇ ਜੇ ਤਾਂ ਆਪਾਂ ਨੇ ਕੋਈ ਰੈਂਡਮ ਚੀਜ਼ ਆਪਾਂ ਨੇ ਸਰਚ ਕਰ ਲਈ ਤਾਂ ਉਹਦੇ ਬਾਰੇ ਆਪਣੇ ਕੋਲ ਰੈਂਡਮ ਰਿਜ਼ਲਟ ਆਉਣਗੇ ਪਰ ਜੇ ਆਪਾਂ ਨੇ ਕਿਸੇ ਪ੍ਰੋਪਰ ਸਬਜੈਕਟ ਓਰੀਐਂਟਡ ਮਤਲਬ ਤੁਸੀਂ ਮੰਨ ਲਓ ਕਿ ਤੁਸੀਂ ਮੈਡੀਸਿਨ ਨੂੰ ਲੈ ਕੇ ਜਾਂ ਤੁਸੀਂ ਫॉर ਐਗਜ਼ਾਮਪਲ ਇਹ ਸਬ ਇੰਸਪੈਕਟਰ ਐਗਜ਼ਾਮ ਨੂੰ ਲੈ ਕੇ ਕੋਈ ਵੀ ਗੂਗਲ ਦੇ ਉੱਤੇ ਚੀਜ਼ ਸਰਚ ਕੀਤੀ ਹੈ ਤੁਹਾਡੇ ਕੋਲ ਉਹ ਚੀਜ਼ਾਂ ਦੀ ਲਿਸਟ ਨਿਕਲ ਕੇ ਆਊ ਜਿਹੜੀ ਹੋਰ ਲੋਕਾਂ ਨੇ ਸਭ ਤੋਂ ਜ਼ਿਆਦਾ ਦੇਖੀ ਹੈ ਰਿਵਿਊ ਕੀਤੀ ਹੈ। ਨੈਕਸਟ ਹੈ 9th ਕੁਐਸਚਨ ਅ ਮੇਟਾ ਸਰਚ ਇੰਜਨ। ਮੇਟਾ ਸਰਚ ਇੰਜਨ ਕੀ ਹੁੰਦਾ? ਸੋ ਇਹ ਹੁੰਦਾ ਜਿਹੜਾ ਹੋਰ ਬਾਕੀ ਸਰਚ ਇੰਜਨਸ ਦੀ ਜਿਹੜੀ ਵੈਰਾਈਟੀ ਹੈ ਉਹਨਾਂ ਨੂੰ ਲੱਭਾ ਸਕੇ। ਸੋ ਸਰਚ ਇਜ਼ ਅ ਵੈਰਾਈਟੀ ਆਫ ਅਦਰ ਸਰਚ ਇੰਜਨ। 10th ਕੁਐਸਚਨ ਹੈ ਕੰਪੇਅਰ ਟੂ ਸਬਜੈਕਟ ਡਾਇਰੈਕਟਰੀ ਸਰਚ ਇੰਜਨ। ਸੋ ਕਹਿੰਦੇ ਜੇ ਆਪਾਂ ਸਬਜੈਕਟ ਡਾਇਰੈਕਟਰੀ ਦੇ ਨਾਲ ਕੰਪੇਅਰ ਕਰਕੇ ਚੱਲੀਏ ਤਾਂ ਸਰਚ ਇੰਜਨ ਕੀ ਹੈ? ਸੋ ਸਰਚ ਇੰਜਨ ਜ਼ਿਆਦਾ ਚੀਜ਼ਾਂ ਆਪਣੇ ਕੋਲ ਸਾਹਮਣੇ ਰੱਖਦਾ ਹੈ ਰਿਜ਼ਲਟ ਕੱਢ ਕੇ ਰਿਟਰਨ ਮੋਰ ਹਿਟਸ। ਸੋ 11ਵਾਂ ਕੁਐਸਚਨ ਹੈ ਕਹਿੰਦੇ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਰਫ ਜਿਹਾ ਆਈਡੀਆ ਵੀ ਤੁਸੀਂ ਪਾਰਟਿਕੂਲਰਲੀ ਉਹ ਚੀਜ਼ ਨੂੰ ਕਿਹਨੂੰ ਲੱਭਣਾ ਚਾਹੁੰਦੇ ਹੋ ਕਿਹੜੀ ਕੈਟਾਗਰੀ ਦੀ ਚੀਜ਼ ਆ ਤਾਂ ਤੁਸੀਂ ਕਿੱਥੇ ਸਰਚ ਕਰੋ? ਸੋ ਕਹਿੰਦੇ ਤੁਸੀਂ ਉਹਨੂੰ ਸਬਜੈਕਟ ਡਾਇਰੈਕਟਰੀ ਦੇ ਵਿੱਚ ਲੱਭੋ। ਆਪਾਂ ਜਿਹੜੇ ਕਾਮਨ ਸਰਚ ਇੰਜਨ ਨੇ ਜਿਵੇਂ ਗੂਗਲ ਵਗੈਰਾ ਹੋ ਗਿਆ ਉਹਨਾਂ ਉੱਤੇ ਚੀਜ਼ਾਂ ਉਦੋਂ ਲੱਭਦੇ ਹਾਂ ਜਦੋਂ ਆਪਾਂ ਨੂੰ ਪ੍ਰੋਪਰਲੀ ਇਹ ਨਾ ਪਤਾ ਹੋਵੇ ਵੀ ਆਪਾਂ ਨੇ ਕਿਹੜੀ ਆਪਸ਼ਨ ਨੂੰ ਚੂਜ਼ ਕਰਨਾ। ਗੂਗਲ ਦੇ ਉੱਤੇ ਆਪਾਂ ਕੀ ਕਰਦੇ ਹਾਂ ਕੋਈ ਵਰਡ ਭਰਦੇ ਹਾਂ ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਸ ਆ ਜਾਂਦੀਆਂ ਨੇ ਪਰ ਕਹਿੰਦੇ ਜੇ ਤੁਹਾਨੂੰ ਰਫ ਜਿਹਾ ਆਈਡੀਆ ਵੀ ਹੈਗਾ ਵੀ ਤੁਸੀਂ ਪਾਰਟਿਕੂਲਰਲੀ ਕਿਹੜੇ ਸਬਜੈਕਟ ਨੂੰ ਕਿੱਥੇ ਜਾ ਕੇ ਲੱਭਣਾ ਚਾਹੁੰਦੇ ਹੋ ਤਾਂ ਉਹ ਸਬਜੈਕਟ ਦੀ ਡਾਇਰੈਕਟਰੀ ਵਿੱਚ ਜਾ ਕੇ ਲੱਭੋ। ਨੈਕਸਟ ਹੈ ਸਰਪਸ। ਸਰਪਸ ਦੀ ਫੁੱਲ ਫਾਰਮ ਕੀ ਹੈ? ਸੋ ਇਹਦੀ ਫੁੱਲ ਫਾਰਮ ਹੈ ਸਰਚ ਇੰਜਨ ਰਿਜ਼ਲਟ ਪੇਜ। ਜਿਹੜੇ ਵੀ ਆਪਣੇ ਕੋਲ ਰਿਜ਼ਲਟ ਗੂਗਲ ਜਾਂ ਕੋਈ ਵੀ ਹੋਰ ਸਰਚ ਇੰਜਨ ਦੇ ਵਿੱਚ ਵਰਡ ਭਰਨ ਤੋਂ ਬਾਅਦ ਸਾਹਮਣੇ ਆਉਂਦੀਆਂ ਨੇ ਉਹ ਸਾਰੇ ਜਿਹੜੇ ਰਿਜ਼ਲਟ ਨੇ ਪੇਜ ਨੇ ਉਹਨਾਂ ਨੂੰ ਆਪਾਂ ਸਰਪ ਕਹਿੰਦੇ ਆ। ਬਹੁਤ ਇੰਪੋਰਟੈਂਟ ਐਬਰੀਵੇਸ਼ਨ ਹੈ। ਨੈਕਸਟ ਕਹਿੰਦੇ ਜਿਹੜਾ ਸਰਚ ਇੰਜਨ ਹੈ ਇਹ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਮੇਨਟੇਨ ਕਰਕੇ ਰੱਖਦਾ? ਕੋਈ ਵੀ ਸਰਚ ਇੰਜਨ ਹੈ ਇਹ ਰੀਅਲ ਟਾਈਮ ਨਾਲ ਦੀ ਨਾਲ ਜੋ ਵੀ ਪੂਰੀ ਦੁਨੀਆ ਚੱਲ ਰਿਹਾ ਉਸ ਚੀਜ਼ ਬਾਰੇ ਆਪਣੇ ਕੋਲ ਅਸਲੀ ਰੀਅਲ ਟਾਈਮ ਇਨਫੋਰਮੇਸ਼ਨ ਲੈ ਕੇ ਆਉਂਦੇ ਆ। ਮੰਨ ਲਓ ਪੂਰੀ ਦੁਨੀਆ ਦੀ ਗੱਲ ਹੋ ਰਹੀ ਹੈ 1 ਸੈਕਿੰਡ ਪਹਿਲਾਂ 1 ਮਿੰਟ ਪਹਿਲਾਂ ਕਿਤੇ ਕੁਝ ਹੋਇਆ ਤੁਸੀਂ ਉਹ ਚੀਜ਼ ਬਾਰੇ ਗੂਗਲ ਤੇ ਸਰਚ ਕਰਦੇ ਹੋ ਤੁਹਾਡੇ ਕੋਲ ਪਹਿਲੇ ਨੰਬਰ ਤੇ ਉਸ ਚੀਜ਼ ਨੂੰ ਲੈ ਕੇ ਚਾਹੇ 1-2 ਮਿੰਟ ਪਹਿਲਾਂ ਦੀ
कोई ना कोई न्यूज़ हैडलाइन दिखन लग जाती है। सो ਇਹਦਾ मतलब है भी सर्च इंजन अपने आप नाल दी नाल ਰੀਅਲ टाइम इन्फॉर्मेशन ਤੁਹਾਡੇ ਸਾਹਮਣੇ ਲੈ ਕੇ ਆਉਂਦੇ। ਨੈਕਸਟ ਹੈ ਯੈਂਡੈਕਸ। ਯੈਂਡੈਕਸ ਨਾਮ ਦਾ ਸਰਚ ਇੰਜਨ ਕਿਹੜੀ ਕੰਟਰੀ ਦਾ ਹੈ? ਸੋ ਇਹ ਹੈ ਆਪਸ਼ਨ ਬੀ ਰਸ਼ੀਆ। ਯਾਹੂ ਸਰਚ ਇੰਜਨ ਕਿਹੜੇ ਸਾਲ ਦੇ ਵਿੱਚ ਲਾਂਚ ਹੋਇਆ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਹ ਲਾਂਚ ਹੋਇਆ ਸੀ 1995 ਵਿੱਚ। ਨੈਕਸਟ ਕਹਿੰਦੇ ਸਭ ਤੋਂ ਜ਼ਿਆਦਾ ਇੰਟਰਨੈਟ ਦੀ ਵਰਤੋਂ ਦੇ ਨਾਲ ਯੂਜ਼ ਕਰਨ ਵਾਲਾ ਸਰਚ ਇੰਜਨ ਪੂਰੀ ਦੁਨੀਆ ਦੇ ਵਿੱਚ ਕਿਹੜਾ ਹੈ? ਸੋ ਇਹ ਆਪਾਂ ਨੂੰ ਪਤਾ ਹੈ, ਆਪਾਂ ਸਾਰੇ ਇਹਦੀ ਵਰਤੋਂ ਕਰਦੇ ਹਾਂ। ਇਹ ਹੈ ਗੂਗਲ। ਨੈਕਸਟ ਆਲਟਾ ਵਿਸਟਾ ਕੀ ਹੈ? ਸੋ ਆਲਟਾ ਵਿਸਟਾ ਵੀ ਇੱਕ ਸਰਚ ਇੰਜਨ ਦਾ ਹੀ ਨਾਮ ਹੈ। 18th ਆ ਗਿਆ ਚਾਈਨਾ ਦਾ ਸਭ ਤੋਂ ਜ਼ਿਆਦਾ ਪਪੂਲਰ ਸਰਚ ਇੰਜਨ ਕਿਹੜਾ ਹੈ? ਸੋ ਇਹ ਹੈ ਬਾਈਡੂ ਤੇ ਇਹ ਗੂਗਲ ਦੇ ਨਾਲ ਹਮੇਸ਼ਾ ਕੰਪੀਟੀਸ਼ਨ 'ਚ ਰਹਿੰਦਾ ਹੈ। ਨੈਕਸਟ ਆ ਗਿਆ ਗੂਗਲ ਨੂੰ ਕਹਿੰਦੇ ਓਰੀਜਨਲੀ ਜਦੋਂ ਉਹ ਅਸਲ 'ਚ ਬਣਿਆ ਸੀ ਸਰਚ ਇੰਜਨ 1997 'ਚ ਤਾਂ ਉਹਨੂੰ ਕਿਹਨੇ ਡਿਵੈਲਪ ਕੀਤਾ ਸੀ? ਸੋ ਉਰੇ ਦੋ ਨਾਮ ਆਪਣੇ ਕੋਲ ਆਲਰੇਡੀ ਕੁਐਸਚਨ ਦੇ ਵਿੱਚ ਹੈਗੇ ਨੇ, ਸਰਜੇ ਬ੍ਰਿਨ, ਸਕਾਟ ਹੈਸਨ। ਸੋ ਆਪਾਂ ਨੇ ਦੱਸਣਾ ਹੈ ਕਿ ਤੀਜਾ ਨਾਮ ਕਿਹਦਾ ਹੈ? ਸੋ ਥਰਡ ਪਰਸਨ ਇਜ਼ ਲੈਰੀ ਪੇਜ। ਬਹੁਤ ਇੰਪੋਰਟੈਂਟ ਨਾਮ ਜੁੜਿਆ ਹੋਇਆ। ਜਦੋਂ ਵੀ ਗੂਗਲ ਦੀ ਗੱਲ ਹੁੰਦੀ ਹੈ ਤੁਸੀਂ ਲੈਰੀ ਪੇਜ ਦਾ ਜਿਹੜਾ ਨਾਮ ਹੈ ਉਹ ਯਾਦ ਰੱਖਣਾ ਹੈ। ਨੈਕਸਟ ਇਜ਼ ਸਰਚ ਇੰਜਨਸ ਆਰ ਏਬਲ ਟੂ ਸਰਚ ਡੈਸ਼ ਟਾਈਪ ਆਫ ਇਨਫੋਰਮੇਸ਼ਨ। ਸੋ ਤੁਸੀਂ ਗੂਗਲ ਦੇ ਥਰੂ ਕਿਸੇ ਵੀ ਹੋਰ ਸਰਚ ਇੰਜਨ ਦੇ ਜ਼ਰੀਏ ਕਿੱਦਾਂ ਦੀ ਇਨਫੋਰਮੇਸ਼ਨ ਲੱਭਦੇ ਹੋ? ਸੋ ਤੁਸੀਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਚਾਹੇ ਕੋਈ ਡਾਕੂਮੈਂਟ ਹੈ, ਵੀਡੀਓ ਹੈ, ਇਮੇਜ ਹੈ। ਨੈਕਸਟ ਕਹਿੰਦੇ ਗੂਗਲ ਕਿਸ ਚੀਜ਼ ਦੀ ਐਗਜ਼ਾਮਪਲ ਆ? ਗੂਗਲ ਇੱਕ ਸਰਚ ਇੰਜਨ ਹੈ। 22 the first tool used for searching content on internet was। ਕਹਿੰਦੇ ਨੈਟ ਦੀ ਵਰਤੋਂ ਦੇ ਨਾਲ ਪਹਿਲਾ ਟੂਲ ਜਿਹਦੇ ਜ਼ਰੀਏ ਆਪਾਂ ਕੰਟੈਂਟ ਸਰਚ ਕਰਨ ਲੱਗੇ ਸੀ ਉਹ ਕਿਹੜਾ ਸੀ? ਸੋ ਇਹ ਆਪਾਂ ਨੇ ਆਪਣੀ ਥਿਓਰੈਟੀਕਲ ਵੀਡੀਓ ਵਿੱਚ ਵੀ ਦੇਖਿਆ ਸੀ। ਇਹ ਸੀ ਆਪਸ਼ਨ ਏ ਆਰਚੀ। 23rd is we can search information in Google by the use of। ਗੂਗਲ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਸਕਦੇ ਹਾਂ, ਲੱਭ ਸਕਦੇ ਹਾਂ। ਸੋ ਆਪਾਂ ਇਮੇਜ, ਵੌਇਸ, ਟੈਕਸਟ ਕਿਸੇ ਵੀ ਤਰ੍ਹਾਂ ਦੀ ਚੀਜ਼ ਨੂੰ ਆਪਾਂ ਇਨਫੋਰਮੇਸ਼ਨ ਲੈ ਸਕਦੇ ਹਾਂ। ਗੂਗਲ ਦੇ ਵਿੱਚ ਰੀਸੈਂਟਲੀ ਜਿਹੜਾ ਵੌਇਸ ਵਾਲਾ ਇੱਕ ਫੀਚਰ ਹੈ ਇਹ ਐਡ ਹੋਇਆ। ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਕਿਹੜਾ ਨਵਾਂ ਫੀਚਰ ਹੈ ਸਰਚ ਕਰਨ ਦੇ ਲਈ। ਸੋ ਤੁਸੀਂ ਬੋਲ ਕੇ ਆਪਣੀ ਵੌਇਸ ਦੇ ਨਾਲ ਹੀ ਕੋਈ ਵੀ ਚੀਜ਼ ਸਰਚ ਕਰ ਸਕਦੇ ਹੋ ਗੂਗਲ ਉੱਤੇ। 24th is which of the following is an instant messaging app। instant messaging application means ਜਿਹਦੇ ਜ਼ਰੀਏ ਤੁਸੀਂ ਆਨਲਾਈਨ ਹੋ ਕੇ ਕਿਸੇ ਦੂਜੇ ਬੰਦੇ ਨੂੰ ਨਾਲ ਦੀ ਨਾਲ ਮੈਸੇਜ ਭੇਜ ਸਕਦੇ ਹੋ, ਰਿਸੀਵ ਕਰ ਸਕਦੇ ਹੋ। ਸੋ ਇਹਦਾ ਆਨਸਰ ਹੈ ਆਪਸ਼ਨ ਡੀ। ਸੋ WhatsApp, Google Talk, Viber ਇਹ ਤਿੰਨੋਂ ਹੀ instant messaging applications ਨੇ। 25th question ਹੈ ਇਹਨਾਂ ਦੇ ਵਿੱਚੋਂ ਫੌਂਟ ਸਟਾਈਲ ਕਿਹੜਾ ਨਹੀਂ ਹੈ? ਸੋ ਇਹਨਾਂ ਦੇ ਵਿੱਚੋਂ ਸੁਪਰਸਕ੍ਰਿਪਟ ਫੌਂਟ ਸਟਾਈਲ ਨਹੀਂ ਹੈ, ਬਾਕੀ ਬੋਲਡ, ਇਟੈਲਿਕ, ਰੈਗੂਲਰ ਤਿੰਨੋਂ ਫੌਂਟ ਸਟਾਈਲ ਨੇ। ਗਟਰ ਮਾਰਜਿਨ ਕੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਸੋ ਗਟਰ ਮਾਰਜਿਨ ਉਹ ਚੀਜ਼ ਹੈ ਜਿਹੜੀ ਜਦੋਂ ਆਪਾਂ ਨੇ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਢਾਉਣਾ ਤਾਂ ਆਪਣੇ ਕੋਲ ਜਿਹੜੀ ਬਾਈਂਡਿੰਗ ਕਰਨ ਦੇ ਲਈ ਆਪਾਂ ਜਗ੍ਹਾ ਛੱਡਦੇ ਹਾਂ ਸਾਈਡਾਂ ਤੇ, ਉਸ ਜਗ੍ਹਾ ਨੂੰ ਆਪਾਂ ਗਟਰ ਮਾਰਜਿਨ ਕਹਿੰਦੇ ਆ। So margin that is added to binding side of page when printing। ਇਹਦਾ ਫਾਇਦਾ ਹੁੰਦਾ ਵੀ ਜਦੋਂ ਆਪਾਂ ਨੇ ਕਿਸ ਚੀਜ਼ ਨੂੰ ਪ੍ਰਿੰਟ ਕਢਾਉਣਾ ਤਾਂ ਬਾਈਂਡਿੰਗ ਦੇ ਵਿੱਚ ਜਿਹੜਾ ਪ੍ਰਿੰਟਡ ਵਰਡਸ ਨੇ ਉਹ ਨਾ ਚਲੇ ਜਾਣ। ਸੋ ਉਨੀ ਕੁ ਜਗ੍ਹਾ ਛੱਡ ਕੇ ਜਿੰਨੀ ਜਗ੍ਹਾ ਦੇ ਉੱਤੇ ਬਾਈਂਡਿੰਗ ਹੋਣੀ ਹੁੰਦੀ ਆ ਉਹ ਜਿਹੜੀ ਜਗ੍ਹਾ ਛੱਡੀ ਹੈ ਉਹਨੂੰ ਆਪਾਂ ਗਟਰ ਮਾਰਜਿਨ ਕਹਿੰਦੇ ਆ। Typeface option will come under which menu? So typeface option on the format ਵਿੱਚ। ਬੈਕਗਰਾਉਂਡ ਕਲਰ ਹੈ ਕਹਿੰਦਾ ਕਿਸੇ ਡਾਕੂਮੈਂਟ ਦਾ ਉਹ ਕਿਸ ਚੀਜ਼ ਦੇ ਵਿੱਚ ਵਿਜ਼ੀਬਲ ਨਹੀਂ ਹੁੰਦਾ। ਸੋ ਬੈਕਗਰਾਉਂਡ ਜਿਹੜਾ ਕਲਰ ਹੈ ਉਹ ਪ੍ਰਿੰਟ ਪ੍ਰੀਵਿਊ ਜਦੋਂ ਆਪਾਂ ਸਿਰਫ ਦੇਖਦੇ ਹਾਂ ਵੀ ਆਪਣੀ ਜਿਹੜਾ ਡਾਕੂਮੈਂਟ ਆ ਉਹ ਪ੍ਰਿੰਟ ਹੋ ਕੇ ਕਿਵੇਂ ਦਾ ਲੱਗੂ। ਸੋ ਪ੍ਰਿੰਟ ਪ੍ਰੀਵਿਊ ਦੇ ਵਿੱਚ ਬੈਕਗਰਾਉਂਡ ਕਲਰ ਡਾਕੂਮੈਂਟ ਦਾ ਵਿਜ਼ੀਬਲ ਨਹੀਂ ਹੁੰਦਾ। What is a portion of document in which you set a certain page formatting option? ਸੋ ਕਹਿੰਦੇ ਤੁਸੀਂ ਕਿਹੜੇ ਪੋਰਸ਼ਨ ਦੇ ਵਿੱਚ ਕਿਹੜੀ ਜਗ੍ਹਾ ਹੈ ਇੱਕ ਡਾਕੂਮੈਂਟ ਦੀ ਜਿੱਥੇ ਤੁਸੀਂ ਪੇਜ ਫਾਰਮੈਟਿੰਗ ਆਪਸ਼ਨਸ ਐਡ ਕਰਦੇ ਹੋ। ਸੋ ਆਪਾਂ ਕਰਦੇ ਹਾਂ ਸੈਕਸ਼ਨ ਆਪਸ਼ਨ। 30th ਹੈ which of the following is not available on the ruler of MS Word screen। ਸੋ MS Word screen ਦਾ ਜਿਹੜਾ ਰੂਲਰ ਹੈ ਉਹਦੇ ਵਿੱਚ ਕਹਿੰਦੇ ਇਹਨਾਂ ਚੋਂ ਕਿਹੜੀ ਚੀਜ਼ ਨਹੀਂ ਹੁੰਦੀ। ਸੋ ਸੈਂਟਰ ਇੰਡੈਂਟ ਨਹੀਂ ਹੁੰਦਾ, ਟੈਬ
ਸਟਾਪ ਬਾਕਸ ਵੀ ਹੁੰਦਾ, ਲੈਫਟ ਇੰਡੈਂਟ ਵੀ ਹੁੰਦਾ, ਰਾਈਟ ਇੰਡੈਂਟ ਵੀ ਹੁੰਦਾ। ਗਟਰ ਪੋਜੀਸ਼ਨ ਕੈਨ ਬੀ ਸੈਟ, ਹੁਣ ਜਿਹੜੇ ਆਪਣੇ ਗਟਰ ਮਾਰਜਿਨ ਦੀ ਗੱਲ ਕੀਤੀ ਸੀ ਉਹਦੀ ਪੋਜੀਸ਼ਨ ਆਪਾਂ ਕਿੱਥੇ ਸੈੱਟ ਕਰ ਸਕਦੇ ਹਾਂ। ਸੋ ਇਹ ਆਪਾਂ ਲੈਫਟ ਐਂਡ ਟੌਪ, ਇਹ ਤੁਸੀਂ ਇੰਪੋਰਟੈਂਟ ਯਾਦ ਰੱਖਣਾ। ਇਹ ਜਿਹੜਾ ਹੁਣ ਅਗਲਾ ਕੁਐਸਚਨ ਹੈ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰੀ ਰਿਪੀਟ ਹੁੰਦਾ ਐਗਜ਼ਾਮ ਦੇ ਵਿੱਚ। ਲਾਈਨ ਬ੍ਰੇਕ ਕਰਨ ਦੇ ਲਈ ਕਿਹੜੀ ਸ਼ਾਰਟਕਟ ਕੀ ਆਪਾਂ ਵਰਤਦੇ ਹਾਂ। ਸੋ ਇਹ ਵਰਤਦੇ ਆਪਾਂ ਸ਼ਿਫਟ ਪਲੱਸ ਐਂਟਰ। ਸੋ ਕਹਿੰਦੇ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੇ ਇੱਕ ਟਿਪ ਜਾਰ ਨਾਮ ਦਾ ਟੈਸਟਿੰਗ ਫੀਚਰ ਐਡ ਕੀਤਾ ਸੀ, ਜਿਹਦੇ ਨਾਲ ਜੋ ਵੀ ਯੂਜ਼ਰਸ ਨੇ ਉਹ ਆਪਣੇ ਕਿਸੇ ਵੀ ਫੇਵਰਿਟ ਅਕਾਊਂਟਸ ਨੂੰ ਪੈਸੇ ਭੇਜ ਸਕਣ। ਸੋ ਇਹ ਸ਼ੁਰੂਆਤ ਕੀਤੀ ਸੀ ਟਵਿੱਟਰ ਨੇ, ਆਪਸ਼ਨ ਬੀ। Which one is the most suitable reason to use macro in MS Office, Word, Excel, PPT? ਸੋ ਮੈਕਰੋ ਯੂਜ਼ ਕਰਨ ਦੇ ਲਈ ਕਹਿੰਦੇ ਇਹਨਾਂ ਦੇ ਵਿੱਚ ਕਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੀਜ਼ਨ ਹੈ, ਆਪਾਂ ਕਿਉਂ ਯੂਜ਼ ਕਰਦੇ ਆ ਮੈਕਰੋ। ਸੋ ਆਪਾਂ ਯੂਜ਼ ਕਰਦੇ ਆ ਤਾਂ ਕਿ ਜਿਹੜੇ ਵੀ ਰੈਪੀਟੇਟਿਵ ਟਾਸਕ ਨੇ ਉਹ ਆਟੋਮੇਟ ਹੋ ਜਾਣ। ਐਂਡ ਇੱਕ ਹੋਰ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਲੈ ਕੇ ਜੋ ਵੀ ਉਹਨਾਂ ਦੇ ਡਿਵੈਲਪਰਸ ਇਨਫੋਰਮੇਸ਼ਨ ਹੈ, ਈਅਰਸ ਨੇ, ਉਹ ਸਾਰੇ ਜਿਹੜੀ ਵੀ ਮੇਰੀ ਥਿਓਰੈਟੀਕਲ ਵੀਡੀਓ ਹੈ ਤੁਸੀਂ ਉਹਦੇ ਵਿੱਚੋਂ ਦੇਖ ਸਕਦੇ ਹੋ। ਨੈਕਸਟ ਆ ਗਿਆ Office 365 is now the most popular cloud application in the world। ਸੋ ਕਹਿੰਦੇ Office 365 ਇਹਨੇ ਡੈਬਿਊ ਕਦੋਂ ਕੀਤਾ, ਇਹ ਪਹਿਲੀ ਵਾਰੀ ਕਦੋਂ ਆਇਆ। ਸੋ ਇਹ ਆਇਆ 2011 ਵਿੱਚ। ਨੈਕਸਟ ਕਹਿੰਦੇ which of these software application ਜਿਹੜਾ Microsoft Office ਦਾ ਪਹਿਲਾ ਵਰਜ਼ਨ ਸੀ, ਇਹਨਾਂ ਵਿੱਚੋਂ ਕਿਹੜੀ ਐਪਲੀਕੇਸ਼ਨ ਉਹਦਾ ਹਿੱਸਾ ਨਹੀਂ ਸੀ। ਸੋ ਇਹ ਹੈ ਆਪਸ਼ਨ ਸੀ ਆਊਟਲੁੱਕ। ਆਊਟਲੁੱਕ ਰੀਸੈਂਟਲੀ ਹੀ ਐਡ ਕੀਤਾ ਗਿਆ ਸੀ MS Office ਵਿੱਚ। To go to a specific location in a document we use, ਡਾਕੂਮੈਂਟ ਦੇ ਵਿੱਚ ਆਪਾਂ ਨੇ ਕਿਸੇ ਪਾਰਟਿਕੂਲਰ ਲੋਕੇਸ਼ਨ ਤੇ ਜਾਣਾ, ਜਗ੍ਹਾ ਤੇ ਜਾਣਾ, ਤਾਂ ਆਪਾਂ ਕਿਸ ਚੀਜ਼ ਦੀ ਵਰਤੋਂ ਕਰਦੇ ਹਾਂ। ਸੋ ਆਪਾਂ ਕਰਦੇ ਹਾਂ ਆਪਸ਼ਨ ਸੀ ਬੁੱਕਮਾਰਕ। ਨੈਕਸਟ ਫਿਰ ਬਹੁਤ ਇੰਪੋਰਟੈਂਟ ਕੁਐਸਚਨ ਹੈ, ਰੀਸੈਂਟਲੀ ਜਿਹੜੇ ਐਗਜ਼ਾਮ ਕੰਡਕਟ ਕੀਤਾ ਹੈ PSSB ਬੋਰਡ ਨੇ, ਉਹਦੇ ਵਿੱਚ ਇਹ ਕੁਐਸਚਨ ਆਇਆ ਸੀ। ਸੋ ਇਹ ਹੈ ਸੁਪਰਸਕ੍ਰਿਪਟ, ਸਬਸਕ੍ਰਿਪਟ, ਸਟ੍ਰਾਈਕ ਥਰੂ, ਇਹ ਕਿਸ ਚੀਜ਼ ਨੇ, ਇਹ ਨੇ ਫੌਂਟ ਦੇ ਇਫੈਕਟ। Next is we can start MS Word by typing dash in the run dialog box। So run dialog box ਦੇ ਵਿੱਚ ਆਪਾਂ ਜੇ winword.exe ਟਾਈਪ ਕਰਾਂਗੇ ਤਾਂ MS Word ਸਟਾਰਟ ਹੋ ਜਾਊਗਾ। 40th ਕੁਐਸਚਨ ਹੈ, ਕਹਿੰਦੇ ਜਿਹੜਾ ਵੀ ਕੋਈ Microsoft Office ਯੂਜ਼ਰ ਹੈ ਉਹਨੂੰ Microsoft ਦੇ ਦੁਆਰਾ MOS ਨਾਮ ਦਾ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ। ਸੋ MOS ਦੀ ਫੁੱਲ ਫਾਰਮ ਕੀ ਹੈ। ਸੋ ਇਹਦੀ ਫੁੱਲ ਫਾਰਮ ਹੈ Microsoft Office Specialist। We can apply border to, ਆਪਾਂ border ਕਿੱਥੇ ਕਿੱਥੇ ਅਪਲਾਈ ਕਰ ਸਕਦੇ ਹਾਂ। ਸੋ ਇਹਨਾਂ ਤਿੰਨਾਂ ਚੀਜ਼ਾਂ ਦੇ ਆਲੇ ਦੁਆਲੇ ਆਪਾਂ border ਅਪਲਾਈ ਕਰ ਸਕਦੇ ਹਾਂ। What is the shortcut to open the open dialog box? ਸੋ open ਜੇ ਆਪਾਂ ਨੇ dialog box ਖੋਲਣਾ ਹੈ ਤਾਂ ਆਪਾਂ ਕਿਹੜੀ shortcut ਕੀ ਦੀ ਵਰਤੋਂ ਕਰਦੇ ਹਾਂ। ਸੋ ਆਪਾਂ ਦੱਬਦੇ ਹਾਂ ਕੀਬੋਰਡ ਦੇ ਉੱਤੇ Alt+F12। Next is by default footers are printed on। ਜਿਹੜੇ ਆਪਾਂ ਚਾਹੁੰਦੇ ਹਾਂ ਵੀ ਜਿਹੜੇ ਫੁਟਰਸ ਨੇ ਨੀਚੇ ਆਉਂਦੇ ਹੁੰਦੇ ਨੇ ਕਿਸੇ ਪੇਜ ਦੇ, ਉਹ ਹਰ ਪੇਜ ਤੇ ਆਉਣ, ਉਹਨਾਂ ਨੂੰ ਆਪਾਂ by default footer ਕਹਿੰਦੇ ਹਾਂ। ਸੋ ਇਹ ਪ੍ਰਿੰਟ ਹੁੰਦੇ ਨੇ on all pages। Next ਹੈ name the desktop database application that is part of MS Office। ਸੋ MS Office suite ਦਾ ਇੱਕ ਪਾਰਟ ਹੈ ਇਹ ਜੀ ਐਪਲੀਕੇਸ਼ਨ ਐਪ ਜਿਹੜੀ ਡੈਸਕਟਾਪ ਦੇ ਉੱਤੇ ਆਪਾਂ ਦਿਖ ਜਾਂਦੀ ਹੈ। ਸੋ ਇਹ ਹੈ ਆਪਸ਼ਨ B MS Access। What does the function key F12 do when you are using MS Office? ਸੋ ਜਦੋਂ ਕਹਿੰਦੇ ਤੁਸੀਂ MS Office ਦੀ ਵਰਤੋਂ ਕਰ ਰਹੇ ਹੋ, ਚਾਹੇ Word, Excel, PPT ਕੁਝ ਵੀ, ਤੁਸੀਂ F12 ਦੱਬਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ Open Save as dialog box ਖੁੱਲ ਜਾਂਦਾ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। We can keep multiple version of Word document in single file by using, ਜੇ ਆਪਾਂ ਚਾਹੁੰਦੇ ਹਾਂ ਇੱਕ ਹੀ ਫਾਈਲ ਦੇ ਵਿੱਚ ਬਹੁਤ ਸਾਰੇ ਅੱਡ-ਅੱਡ ਤਰ੍ਹਾਂ ਦੇ ਵਰਜ਼ਨਸ ਆਪਣੇ ਕੋਲ ਆ ਜਾਣ ਵਰਡ ਡਾਕੂਮੈਂਟ ਦੇ, ਤਾਂ ਆਪਾਂ ਕਿਹੜਾ ਫੀਚਰ ਯੂਜ਼ ਕਰਾਂਗੇ ਉਹਦੇ ਲਈ, ਆਪਾਂ ਵਰਤਾਂਗੇ ਟਰੈਕ ਚੇਂਜ। What is the short key to search for any spelling mistake? ਜੇ ਤੁਸੀਂ ਚਾਹੁੰਦੇ ਹੋ ਜਿਹੜਾ ਤੁਹਾਡਾ ਵਰਡ 'ਚ ਕੋਈ ਡਾਕੂਮੈਂਟ ਤਿਆਰ ਕੀਤਾ ਉਹਦੇ 'ਚ ਤੁਸੀਂ ਚੈੱਕ ਕਰਨਾ ਵੀ ਕੋਈ ਸਪੈਲਿੰਗ ਦੀ ਗਲਤੀ ਤਾਂ ਨਹੀਂ ਹੋਈ, ਤਾਂ ਉੱਥੇ ਤੁਸੀਂ
फंक्शन की 7 दबोगे तो तुसी चेक कर सकोगे स्पैलिंग मिस्टेक। नैक्सट इन्हां दे विचों किहड़ा वैलिड फॉन्ट स्टाइल है, उरे आपां इफैक्ट की गल नहीं कर रहे, उरे आपां स्टाइल की गल करदे हां। सो स्टाइल है रेगुलर। नैक्सट इज आपां ने दसना भी इन्हां दे विचों पेज मार्जिन की काइंड किहड़ी नहीं है, किहड़ी किस्म नहीं है। सो वो है गटर। सो गटर की है, ये कोई पेज मार्जिन नहीं है, एक खुद ही एक मार्जिन है जिहड़ी आपां की यूज करदे हां। आपां ने पिछे पढ़िया ਜਦੋਂ ਆਪਾਂ ਨੇ ਕਿਸੇ ਡਾਕੂਮੈਂਟ ਨੂੰ ਬਾਈਂਡ ਕਰਵਾਉਣਾ, ਪ੍ਰਿੰਟ ਆਊਟ ਕਢਾਉਣਾ, ਸੋ ਜਿਹੜੀ ਬਾਈਂਡਿੰਗ ਦੇ ਲਈ ਆਪਾਂ ਜਗ੍ਹਾ ਛੱਡਦੇ ਆ ਲੈਫਟ ਤੇ ਜਾਂ ਫਿਰ ਟੌਪ ਤੇ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਗਟਰ ਮਾਰਜਿਨ। ਬਾਕੀ ਜਿਹੜੀਆਂ ਤਿੰਨ ਆਪਸ਼ਨਸ ਨੇ ਉਹ ਪੇਜ ਮਾਰਜਿਨ ਦੀਆਂ ਟਾਈਪਸ ਹੈ। ਫਰੋਮ ਵੇਅਰ ਵੀ ਕੈਨ ਚੇਂਜ ਦ ਨੇਮ ਆਫ ਅ ਯੂਜ਼ਰ ਅਕਾਊਂਟ, ਜੇ ਆਪਾਂ ਨੇ ਕਿਸੇ ਵੀ ਯੂਜ਼ਰ ਅਕਾਊਂਟ ਦਾ ਨਾਮ ਬਦਲਣਾ ਹੈ ਤਾਂ ਆਪਾਂ ਕੰਟਰੋਲ ਪੈਨਲ ਵਿੱਚ ਜਾ ਕੇ ਬਦਲ ਸਕਦੇ ਹਾਂ। ਨੈਕਸਟ ਇਜ਼ फ्री ऑफ कॉस्ट रिपेयर ऑफ सॉफ्टवेयर बग। कहते जे किसी सॉफ्टवेयर दे विच कोई प्रॉब्लम आ जाए तो किहड़ा इह जा फ्री ऑफ कॉस्ट मतलब बिल्कुल फ्री रिपेयर करने दे लई इंटरनेट दे उत्ते एक चीज़ अवेलेबल है, सॉफ्टवेयर अवेलेबल है। सो ओदा नाम है ऑप्शन डी पैच। नैक्सट इज विच ऑफ द फॉलोइंग इज अ करैक्ट फॉर्मेट ऑफ ईमेल एड्रैस। आपां ने किसी नूं मेल भेजनी है तो इन्हां दे विचों ईमेल भेजन दा सब तो एक सही जिहड़ा एड्रैस है वो किहड़ा है। सो वो है ऑप्शन बी। पहला आपां जिन्हों भेजनी है उहदा नाम लिखांगे, फिर @, फिर जिहड़ी भी अपने वैबसाइट के थ्रू याहू, जीमेल, आउटलुक, दैन इन्फो, उत्थे आपां .com, .in वो भरदे हां। सो .html अब कहंदे .html दी वरतों आपां किस चीज़ नूं बनाउण दे लई करदे हां। सो इहनूं आपां वरतदे हां वैब पेज बनाउण लई। नैक्सट है कंप्यूटर जार्गन WWW स्टैंड्स फॉर। सो एदी फुल फॉर्म है वर्ल्ड वाइड वेब वॉर्म। प्रोसेस ऑफ ट्रांसफरिंग फाइल फ्रॉम अ कंप्यूटर ऑन द इंटरनेट टू योर कंप्यूटर। सो कंप्यूटर तो इंटरनेट के जरिए तुसी अपने कंप्यूटर उत्ते किसी फाइल नूं ट्रांसफर करना है तो कहंदे उस प्रोसैस नूं तुसी की कहोगे। सो ओनू आपां कहांगे ऑप्शन डी डाउनलोडिंग। सिमिलर रिलेटेड क्वेश्चन आया सी पंजाब पटवारी एग्जाम दे विच। नैक्सट है 56 इन इंटरनेट टर्मिनोलॉजी IP मीनस। IP का मतलब की हुंदा, IP दा फुल फॉर्म है इंटरनेट प्रोटोकॉल ऑप्शन बी। अ वैबसाइट फ्रंट पेज मेन पेज, किसी भी वैबसाइट का जिहड़ा आपां नूं सीधा खोलन सार पहला पेज दिखदा ओनू आपां की कहने आ। सो आपां ओनू कहने आ होम पेज। Which of the following is not a search engine? इन्हां विचों सर्च इंजन केड़ा नहीं है। सो बिंज, गूगल, याहू तीनों सर्च इंजन ने। ऑप्शन डी विंडोज ऑपरेटिंग सिस्टम है, ये सर्च इंजन नहीं है। सो कंप्यूटर लैंग्वेज दे विच लॉगिन नेम पासवर्ड नूं वेरीफाई करन नूं आपां की कहने आ। जिवें किसी ने अपनी ID वगैरह बनाउणी हुंदी है, पहला अपने फोन दे उत्ते कोड आउंदा, आपां OTP भरदे आ, फिर अपनी जिहड़ी ID पासवर्ड है वो वेरीफाई हुंदा। सो इस चीज़ नूं आपां कहने आ ऑप्शन सी ऑथेंटिकेशन। 60th है एक वैबसाइट तो दूजी वैबसाइट दे विच जाना। तुसी कोई चीज़ खोल के देख ली, तुसी हुण उत्थे सैटिस्फाई नहीं हो, उत्थे तुहानूं लग रहा है कि पूरा मटीरियल नहीं है जिहदी तुसी सर्च कीती सी, हुण तुसी दूजी वैबसाइट ते जा रहे हो, इस चीज़ नूं आपां कहने आ ऑप्शन बी ब्राउजिंग। सिमिलर रिलेटेड क्वेश्चन आपां ने डाउनलोडिंग दे नाल जिहड़ा मैं तुहानूं दस्सिया पंजाब पटवारी च आया सी, पिछे देखिया। सो ये भी क्वेश्चन थोड़े लिए इक्वली इंपॉर्टेंट है। नैक्सट है 64 कंप्यूटर मॉनीटर नूं आपां होर की कहने आ। सो कंप्यूटर मॉनीटर नूं आपां विजुअल डिस्प्ले यूनिट भी कहने आ, ऑप्शन सी VDU। 62 कहंदे केड़ा इह जिहा डिवाइस है जिहदे विचों आपां कंप्यूटर दे विच डेटा ते इंस्ट्रक्शनस पाउने आ, एंटर करदे आ। सो वो है इनपुट डिवाइस, ऑप्शन सी। सो जिहड़ा ए क्वेश्चन है नैक्सट 63 ये जिहड़ा जेल सुपरिटेंडेंट दा एग्जाम होया सी जनवरी दे विच ओहदे च आया सी। सो कहंदे जिहड़ी कंप्यूटर दी मैमरी दे यूनिट्स हुंदे ने टेराबाइट, गीगाबाइट, मेगाबाइट, आपां ने इन्हां नूं लाइन वाइज असेंडिंग ऑर्डर वड्डे तो छोटा आपां ने लगाउणा। सो इहदा सही ऑप्शन है ऑप्शन सी TB, GB फिर MB हुंदी है, सब तो छोटी आ गई KB। 64
ਆਊਟਪੁੱਟ ਸ਼ੋਨ ਔਨ ਕੰਪਿਊਟਰ ਮੋਨੀਟਰ ਦੇ ਉੱਤੇ ਆਪਾਂ ਨੂੰ ਜਿਹੜੀ ਚੀਜ਼ ਸਕਰੀਨ ਦੇ ਉੱਤੇ ਦਿਖਦੀ ਆ ਆਪਾਂ ਉਹਨੂੰ ਕੀ ਕਹਿੰਦੇ ਆ, ਆਪਾਂ ਉਹਨੂੰ ਕਹਿੰਦੇ ਆ ਸੌਫਟ ਕਾਪੀ। ਜਦੋਂ ਆਪਾਂ ਉਸ ਚੀਜ਼ ਦਾ ਪ੍ਰਿੰਟ ਆਊਟ ਕਢਾ ਲੈਂਦੇ ਆ ਉਹਨੂੰ ਆਪਾਂ ਫਿਰ ਕਹਾਂਗੇ ਹਾਰਡ ਕਾਪੀ। ਨੈਕਸਟ ਇਜ਼ 65th 8 ਬਿਟਸ ਮੇਕਅਪ। ਸੋ 8 ਬਿਟ ਜਦੋਂ ਆਪਸ ਦੇ ਵਿੱਚ ਮਿਲਦੇ ਨੇ ਤਾਂ ਇਹ ਇੱਕ ਬਾਈਟ ਬਣਾਉਂਦੇ ਨੇ, ਆਪਸ਼ਨ A। 66th which one is the result of output given by a computer। ਸੋ ਕੰਪਿਊਟਰ ਜਿਹੜਾ ਆਪਾਂ ਨੂੰ ਆਊਟਪੁੱਟ ਦਿੰਦਾ ਹੈ, ਬਾਹਰ ਰਿਜ਼ਲਟ ਕੱਢਦਾ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਸੋ ਆਪਾਂ ਉਹਨੂੰ ਕਹਿੰਦੇ ਆ ਆਪਸ਼ਨ C ਇਨਫੋਰਮੇਸ਼ਨ। What is the intersection of column and row on a worksheet? ਜਿੱਥੇ ਕਾਲਮ ਤੇ ਰੋ ਦੀ ਇੰਟਰਸੈਕਸ਼ਨ ਆ, ਆਪਸ ਦੇ ਵਿੱਚ ਉਹ ਇੱਕ ਦੂਜੇ ਨੂੰ ਕ੍ਰਾਸ ਕਰਦੇ ਨੇ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਸੈੱਲ, ਆਪਸ਼ਨ D। What type of chart is useful for comparing value over category? ਸੋ ਕਹਿੰਦੇ ਕੈਟੇਗਰੀ ਹੈ ਕੋਈ ਪਾਰਟਿਕੂਲਰ, ਉਹਦੇ ਵਿੱਚ ਕੋਈ ਵੈਲਿਊਜ਼ ਦਿੱਤੀਆਂ ਹੋਈਆਂ ਨੇ, ਆਪਾਂ ਨੇ ਐਕਸਲ ਸ਼ੀਟ ਦੇ ਵਿੱਚ ਇਹਨਾਂ ਨੂੰ ਕੰਪੇਅਰ ਕਰਨਾ, ਤਾਂ ਜਿਹੜਾ ਚਾਰਟ ਹੈ ਜਿਹਦੇ 'ਚ ਆਪਾਂ ਕੰਪੈਰੀਜ਼ਨ ਕਰਦੇ ਹਾਂ ਉਸ ਚਾਰਟ ਦਾ ਨਾਮ ਹੈ ਕਾਲਮ ਚਾਰਟ। ਐਕਸਲ ਦਾ ਕਿਹੜਾ ਇਹੋ ਜਿਹਾ ਫੰਕਸ਼ਨ ਆ ਜਿਹਦੇ 'ਚ ਆਪਾਂ ਨੂੰ ਇਹ ਪਤਾ ਲੱਗਦਾ ਵੀ ਕਿੰਨੀਆਂ ਨਿਊਮੈਰਿਕ ਐਂਟਰੀਜ਼ ਹੋਈਆਂ ਨੇ? ਸੋ ਉਹ ਆਪਾਂ ਨੂੰ ਪਤਾ ਲੱਗਦਾ ਹੈ ਕਾਊਂਟ ਕੀ ਤੋਂ। 70th a feature that displays only the data in column according to specified criteria। ਇਹ ਜਿਹਾ ਫੀਚਰ ਜਿਹਦੇ ਜ਼ਰੀਏ ਆਪਾਂ ਨੂੰ ਸਿਰਫ ਇਹ ਦੇਖਣਾ ਹੈ ਵੀ ਕਿਹੜਾ ਕਿਹੜਾ ਕਾਲਮਸ ਦੇ ਵਿੱਚ ਡੇਟਾ ਹੈ, ਸੋ ਉਹ ਆਪਾਂ ਦੇਖ ਸਕਦੇ ਹਾਂ ਫਿਲਟਰਿੰਗ ਫੀਚਰ ਦੇ ਜ਼ਰੀਏ। ਜਿਹੜੇ MS Excel ਦੇ ਫੰਕਸ਼ਨ ਨੇ ਕਹਿੰਦੇ ਉਹ ਕਿਹੜੀ ਚੀਜ਼ ਦੇ ਨਾਲ ਸ਼ੁਰੂ ਹੁੰਦੇ ਨੇ? ਸੋ ਉਹ ਇਕੁਅਲ ਸਾਈਨ ਦੇ ਨਾਲ ਸ਼ੁਰੂ ਹੁੰਦੇ ਨੇ। Which functioning Excel checks whether a condition is true or not? ਜੇ ਆਪਾਂ ਨੇ ਇਹ ਦੇਖਣਾ ਵੀ ਆਪਾਂ ਜੋ ਚੀਜ਼ ਪਾਈ ਹੈ ਕੋਈ ਕੰਡੀਸ਼ਨ ਆ ਉਹ ਸਹੀ ਹੈ ਜਾਂ ਗਲਤ ਆ, ਤਾਂ ਆਪਾਂ ਕਿਹੜੀ ਕੀ ਵਰਤਦੇ ਆ? ਉੱਥੇ ਆਪਾਂ ਵਰਤਦੇ ਆ if ਕੀ। ਐਕਸਲ ਦੇ ਵਿੱਚ ਕਹਿੰਦੇ ਜਿਹੜੇ ਕਾਲਮਸ ਨੇ ਉਹਨਾਂ ਨੂੰ ਕਿਵੇਂ ਲੇਬਲਿੰਗ ਕੀਤੀ ਹੁੰਦੀ ਹੈ, ਕਿਵੇਂ ਉਹਨਾਂ ਨੂੰ ਆਪਾਂ ਨੂੰ ਨੰਬਰਿੰਗ ਕੀਤੀ ਹੁੰਦੀ ਹੈ? ਸੋ ਕਾਲਮਸ ਹਮੇਸ਼ਾ ABC ਇਸ ਤਰ੍ਹਾਂ ਦੇ ਨਾਲ ਲੇਬਲ ਹੁੰਦੇ ਨੇ। The process of arranging the items of a column in some sequence order। ਕਿਸੇ ਵੀ ਕਾਲਮ ਦੀਆਂ ਚੀਜ਼ਾਂ ਨੂੰ ਤਰਤੀਬਵਾਰ ਕਿਸੇ ਸੀਕੁਐਂਸ ਦੀ ਤਰ੍ਹਾਂ ਆਰਡਰ ਦੇ ਵਿੱਚ ਲਗਾਉਣਾ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ sorting, ਆਪਸ਼ਨ C। The dash feature of MS Excel quickly complete a series of data। ਸੋ ਕਹਿੰਦੇ ਜੇ ਆਪਾਂ ਨੇ ਕਿਸੇ ਵੀ ਡੇਟਾ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਨਾ ਤਾਂ ਆਪਾਂ ਕਿਹੜਾ ਫੀਚਰ ਲਗਾਉਂਦੇ ਆ? ਉੱਥੇ ਆਪਾਂ ਵਰਤਦੇ ਆ auto fill। What type of chart is useful for comparing parts of a whole? ਪਹਿਲਾਂ ਆਪਾਂ ਨੇ ਪੜ੍ਹਿਆ ਸੀ ਵੀ ਕਿਸੇ ਪਾਰਟਿਕੂਲਰ ਕੈਟੇਗਰੀ ਨੂੰ ਜੇ ਕੰਪੇਅਰ ਕਰਨਾ ਤਾਂ ਕਾਲਮ ਚਾਰਟ, ਜੇ ਆਪਾਂ ਨੇ ਹੋਲ ਪੂਰੀ ਚੀਜ਼ ਦੇ ਪਾਰਟਸ ਨੂੰ ਕੰਪੇਅਰ ਕਰਨਾ ਉੱਥੇ ਆਪਾਂ ਵਰਤਦੇ ਆ ਪਾਈ ਚਾਰਟ। ਸੋ ਪਾਈ ਚਾਰਟ ਇਸ ਤਰ੍ਹਾਂ ਦੀ ਫਾਰਮ ਦਾ ਹੁੰਦਾ, ਇਹਦੇ ਵਿੱਚ ਪੂਰੀ ਚੀਜ਼ ਦੇ ਜੋ ਵੀ ਪਾਰਟਸ ਨੇ ਉਹਨਾਂ ਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ। ਸੋ ਨੈਕਸਟ ਹੈ ਵੀ ਐਕਸਲ ਦੀ ਇਹ ਜੀ ਕਿਹੜੀ ਜਗ੍ਹਾ ਹੈ ਨੰਬਰ 1 ਤੇ ਬੇਸਿਕ, ਜਿੱਥੇ ਤੁਸੀਂ ਸਭ ਤੋਂ ਪਹਿਲਾਂ ਡੇਟਾ ਐਂਟਰ ਕਰਦੇ ਹੋ ਵਰਕਸ਼ੀਟ ਦੇ ਵਿੱਚ, ਸੋ ਉਹ ਹੈ ਆਪਸ਼ਨ A ਸੈੱਲ। In Excel which one denoted a range from B1 through E5? ਸੋ ਉਰੇ ਕਾਲਮ ਤੇ ਰੋਜ਼ ਬਾਰੇ ਦੱਸਿਆ ਹੋਇਆ, B1 E5 ਦੱਸਿਆ ਹੋਇਆ। ਸੋ ਕਹਿੰਦੇ ਜੇ ਆਪਾਂ ਨੇ ਇਹ ਦੇਖਣਾ ਵੀ ਰੇਂਜ ਹੈ ਜਿਹੜੀ, ਇਹ ਵੀ ਕੁਐਸਚਨ ਪੰਜਾਬ ਪਟਵਾਰੀ ਚ ਆਇਆ ਸੀ ਵੀ ਉਹ ਕਿਸ ਤਰ੍ਹਾਂ ਦੇ ਸਾਈਨ ਦੇ ਨਾਲ ਦੱਸੀ ਹੁੰਦੀ ਹੈ, ਸੋ ਉਹਦੇ ਲਈ ਆਪਾਂ ਇਹ ਕਾਲਨ ਯੂਜ਼ ਕਰਦੇ ਹਾਂ। ਸੋ ਜਿਹੜੀ ਇਹ ਰੇਂਜ ਹੈ B1 E5, ਇਹਦਾ ਸਹੀ ਆਨਸਰ ਹੈ ਆਪਸ਼ਨ B B1 ਕੋਲਨ E5 ਦੇ ਨਾਲ ਆਪਾਂ ਨੂੰ ਪਤਾ ਚੱਲ ਜੂ ਵੀ ਐਕਸਲ ਦੇ ਵਿੱਚ ਕਿਸੇ ਚੀਜ਼ ਦੀ ਰੇਂਜ ਕਿੰਨੀ ਹੈ। ਨੈਕਸਟ ਇਸ ਕਹਿੰਦੇ ਕਿਹੜੀ ਇਹੋ ਜਿਹੀ ਚੀਜ਼ ਆ ਜਿੱਥੇ ਆਪਾਂ ਇਲੈਕਟ੍ਰੋਨਿਕਲੀ ਕਿਸੇ ਵੀ ਡੇਟਾ ਨੂੰ ਕਲੈਕਟ ਕਰਦੇ ਆ ਇੱਕ ਸੀਰੀਜ਼ ਦੇ ਵਿੱਚ, ਉਹਨੂੰ ਆਪਾਂ ਪ੍ਰੋਪਰ ਉਹਦਾ ਰਿਕਾਰਡ ਮੇਨਟੇਨ ਕਰਕੇ ਰੱਖਦੇ ਆ, ਸੋ ਉਹਦਾ ਨਾਮ ਹੈ ਆਪਸ਼ਨ C ਡੇਟਾਬੇਸ। ਸੋ ਪ੍ਰੋਸੈਸ ਆਫ ਰਿਮੂਵਿੰਗ ਅਨਵਾਂਟਡ ਪਾਰਟ ਆਫ ਐਨ ਇਮੇਜ, ਕੋਈ ਵੀ ਫੋਟੋ ਆ ਉਹਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਪਾਰਟ ਨਹੀਂ ਚਾਹੀਦਾ ਹੁੰਦਾ ਤਾਂ ਇਹਦਾ ਆਪਾਂ ਆਮ ਤੌਰ ਤੇ ਜਿਹੜਾ ਇਹ ਫੀਚਰ ਹੈ ਇਹ ਯੂਜ਼ ਕਰਦੇ ਆ, ਇਹਨੂੰ ਆਪਾਂ ਕਹਿੰਦੇ ਆ ਆਪਸ਼ਨ C ਕ੍ਰੌਪਿੰਗ। To apply center alignment to a paragraph, ਆਪਾਂ ਚਾਹੁੰਦੇ ਹਾਂ ਵੀ ਜਿਹੜਾ ਪੈਰਾਗ੍ਰਾਫ ਉਹਦੇ ਸੈਂਟਰ ਅਲਾਈਨਮੈਂਟ ਹੋ ਜਾਵੇ ਤਾਂ ਉਹਦੇ ਲਈ ਆਪਾਂ ਕਿਹੜੀ ਸ਼ਾਰਟਕਟ ਦੀ ਵਰਤੋਂ ਕਰਦੇ ਹਾਂ? ਸੋ ਉਹਦੇ ਲਈ ਆਪਾਂ ਸ਼ਾਰਟਕੀ ਵਰਤਦੇ ਹਾਂ Ctrl+E। ਟੈਕਸਟ ਸਟਾਈਲਿੰਗ ਫੀਚਰ ਆਫ MS Word is, ਵਰਡ ਦੇ ਵਿੱਚ ਕੋਈ ਵੀ ਟੈਕਸਟ ਹੈ ਜਿਹਨੂੰ ਆਪਣੇ ਸਟਾਈਲ ਕਰਨਾ ਤਾਂ ਉਹਦੇ ਲਈ ਆਪਾਂ ਜਿਹੜਾ ਫੀਚਰ ਵਰਤਦੇ ਹਾਂ ਉਹ ਹੁੰਦਾ ਵਰਡ ਆਰਟ, ਆਪਸ਼ਨ C।
ਜੇ ਕਹਿੰਦੇ ਕਿਸੇ ਵੀ ਲਾਈਨ ਦੀ ਆਪਾਂ ਨੇ ਹਾਈਟ 1.5 ਚੇਂਜ ਕਰਨੀ ਆ ਤਾਂ ਆਪਾਂ ਉਹਦੇ ਲਈ ਸ਼ਾਰਟ ਕੀ ਵਰਤਦੇ ਆ ਆਪਸ਼ਨ D Ctrl+5। ਨੈਕਸਟ ਕੁਐਸਚਨ ਆਪਣਾ several letter that appear little above the normal text। normal text ਤੋਂ ਥੋੜਾ ਜਿਹਾ ਜਿਹੜੀਆਂ ਚੀਜ਼ਾਂ ਉੱਪਰ ਲੈਟਰ ਆਪਾਂ ਨੂੰ ਦਿਖਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ superscript। which one can be used as watermark in a word document। ਸੋ ਆਪਾਂ ਨੇ ਕਿਸੇ word document ਦੇ ਪਿੱਛੇ ਕੁਝ ਲਗਾਉਣਾ watermark ਲਗਾਉਣਾ ਵੀ ਉਹ ਚੀਜ਼ ਪਿੱਛੇ ਛਪ ਜਾਵੇ ਤਾਂ background ਦੇ ਵਿੱਚ ਕਹਿੰਦੇ ਇਮੇਜ ਹੋ ਸਕਦੀ ਹੈ ਜਾਂ ਫਿਰ ਟੈਕਸਟ ਹੋ ਸਕਦਾ ਜਾਂ ਫਿਰ ਦੋਨੋਂ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਸੀ both A and B। ਸੋ ਆਪਾਂ ਨੇ ਜੇ ਕੋਈ ਵਾਟਰਮਾਰਕ ਲਗਾਉਣਾ ਤਾਂ ਆਪਾਂ ਫੋਟੋ ਵੀ ਲਗਾ ਸਕਦੇ ਹਾਂ ਕੋਈ ਲਿਖ ਕੇ ਚੀਜ਼ ਵੀ ਲਗਾ ਸਕਦੇ ਹਾਂ। ਨੈਕਸਟ ਹੈ which item appear dimly behind the main body। ਸੋ ਬਿਲਕੁਲ ਲਾਈਟ ਡਿਮ ਜੀ ਮੇਨ ਬਾਡੀ ਦੇ ਪਿੱਛੇ ਜੇ ਆਪਾਂ ਚਾਹੁੰਦੇ ਹਾਂ ਕੋਈ ਚੀਜ਼ ਆਪਾਂ ਨੂੰ ਦਿਖੇ ਆਪਾਂ ਨੇ ਆਪਣਾ ਕੋਈ ਨਾਮ ਵਗੈਰਾ ਲਿਖਣਾ ਸੋ ਕਹਿੰਦੇ ਉਹਦੇ ਲਈ ਆਪਾਂ ਵਾਟਰ ਮਾਰਕ ਲਗਾਉਂਦੇ ਆ ਆਪਸ਼ਨ ਸੀ। ਕਿਹੜਾ ਇਹ ਜਿਹਾ ਫੀਚਰ ਆ ਜਿਹਦੇ ਨਾਲ ਆਪਾਂ ਇੱਕ ਨਵੀਂ ਲਾਈਨ ਸਟਾਰਟ ਕਰ ਸਕਦੇ ਹਾਂ ਜਦੋਂ ਵੀ ਆਪਾਂ ਬਾਰਡਰ ਤੇ ਪਹੁੰਚਦੇ ਹਾਂ ਕਿਸੇ ਵੀ ਵਰਡ ਦੇ ਕਿਸੇ ਵੀ ਸੈਂਟੈਂਸ ਦੇ। ਸੋ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਟੈਕਸਟ ਰੈਪਿੰਗ। ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਰਿਪੀਟ ਹੋਇਆ ਕਾਫੀ ਇੰਪੋਰਟੈਂਟ ਹੈ। 88th question ਹੈ direction of a rectangular page for viewing and printing। ਸੋ ਕੋਈ ਵੀ rectangular page ਆ ਉਹਨੂੰ ਆਪਾਂ ਨੇ view ਕਰਨਾ ਦੇਖਣਾ print ਕਢਾਉਣਾ ਤਾਂ ਆਪਾਂ ਉਹਦੀ ਜਿਹੜੀ ਡਾਇਰੈਕਸ਼ਨ ਜੇ ਬਦਲਣੀ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਉਹਨੂੰ ਆਪਾਂ ਕਹਿੰਦੇ ਆ orientation। We can remove hide border of a shape by selecting। ਸੋ ਕਿਸੇ ਵੀ ਜੇ ਆਪਾਂ ਨੇ ਸ਼ੇਪ ਦਾ ਕੋਈ ਬਾਰਡਰ ਵਗੈਰਾ ਕੋਈ ਚੀਜ਼ ਨੂੰ ਰਿਮੂਵ ਕਰਨਾ ਜਾਂ ਲੁਕਾਉਣਾ ਹਾਈਡ ਕਰਨਾ ਤਾਂ ਆਪਾਂ ਉਹਦੇ ਲਈ ਜਿਹੜਾ ਫੀਚਰ ਵਰਤਦੇ ਆ ਉਹ ਹੁੰਦਾ no outline। We can change the thickness of a line। ਆਪਾਂ ਨੇ ਲਾਈਨ ਦੀ thickness ਵਧਾਉਣੀ ਆ ਸੋ ਉਹਦੇ ਲਈ ਆਪਾਂ ਵਰਤਦੇ ਆ line style option D। Color and pattern used to fill a closed shape। ਕੋਈ ਵੀ ਆਪਣੇ ਕੋਲ ਬੰਦ ਸ਼ੇਪ ਆ ਚਾਹੇ ਸਰਕੂਲਰ ਆ ਰੈਕਟੈਂਗੂਲਰ ਆ ਆਪਾਂ ਨੇ ਉਹਦਾ ਵਿਚਲਾ ਰੰਗ ਬਦਲਣਾ ਉਹਦਾ ਪੈਟਰਨ ਬਦਲਣਾ ਤਾਂ ਉਹਦੇ ਲਈ ਆਪਾਂ ਵਰਤਦੇ ਆ fill style option। Where footnotes appear in a document। document ਦੇ ਵਿੱਚ footnote ਆਪਾਂ ਨੂੰ ਕਿੱਥੇ ਦਿਖਦੇ ਨੇ ਸੋ ਇਹ ਆਪਾਂ ਨੂੰ ਪੇਜ ਦੇ ਹਮੇਸ਼ਾ ਨੀਚੇ ਬਾਟਮ ਦੇ ਵਿੱਚ ਦਿਖਦੇ ਨੇ। How will MS Word will respond in repeated word। ਜੇ ਕੋਈ word repeat ਹੋ ਰਿਹਾ ਤਾਂ MS Word ਦੇ ਵਿੱਚ ਕੀ ਹੁੰਦਾ ਉੱਥੇ ਇੱਕ wavy ਜੀ ਰੈਡ ਕਲਰ ਦੀ ਆਪਾਂ ਨੂੰ ਲਾਈਨ ਦਿਖਣ ਲੱਗ ਜਾਂਦੀ ਹੈ repeated word ਦੇ ਅੰਦਰ। 94th question ਹੈ what is the use of all cap feature in MS Word। MS Word ਦੇ ਵਿੱਚ ਜੇ ਆਪਾਂ all cap ਵਰਤੀਏ ਤਾਂ ਉਹਦੇ ਨਾਲ ਕੀ ਹੁੰਦਾ ਜੋ ਵੀ ਆਪਾਂ ਨੇ ਟੈਕਸਟ ਸਿਲੈਕਟ ਕੀਤਾ ਸਾਰਾ ਕੈਪੀਟਲ ਲੈਟਰ ਦੇ ਵਿੱਚ ਬਦਲ ਜਾਊਗਾ। It changes all selected text into capital letter। To keep track of different edition of a document which feature we will use। so ਇਹਦੇ ਲਈ ਆਪਾਂ ਵਰਤਾਂਗੇ versions। Ctrl+J ਇਹ ਸ਼ਾਰਟ ਕੀ ਵਰਤ ਕੇ ਜਿਹੜੀ ਵੀ ਆਪਣੀ ਪੈਰਾਗ੍ਰਾਫ ਦੀ ਅਲਾਈਨਮੈਂਟ ਹੈ ਜੋ ਲਿਖਿਆ ਉਹ ਜਸਟੀਫਾਈ ਹੋ ਜੂਗੀ align justify। How to use format painter multiple time। ਜਿਹੜਾ format painter ਹੁੰਦਾ ਜਿਹਨਾਂ ਆਪਾਂ ਰੰਗ ਵਗੈਰਾ ਭਰਦੇ ਆ ਜਦੋਂ ਵੀ ਆਪਾਂ ਕੋਈ ਚੀਜ਼ words ਲਿਖ ਰਹੇ ਹੁੰਨੇ ਆ ਤਾਂ ਉਹਨੂੰ ਜੇ ਆਪਾਂ ਨੇ ਬਾਰ-ਬਾਰ ਮਲਟੀਪਲ ਟਾਈਮ ਯੂਜ਼ ਕਰਨਾ ਹੈ ਫਾਰਮੈਟ ਪੇਂਟਰ ਨੂੰ ਤਾਂ ਕਹਿੰਦੇ ਤੁਸੀਂ ਉਹਦੇ ਆਈਕਨ ਦੇ ਉੱਤੇ ਡਬਲ ਕਲਿੱਕ ਕਰੋ ਉਹ ਤੁਹਾਡਾ ਜਿਹੜਾ ਕਰਸਰ ਹੈ ਉਹਦੇ ਨਾਲ ਹੀ ਉੱਪਰ ਸ਼ੋ ਹੋਣ ਲੱਗ ਜੂ। What is placed to the left of horizontal scroll bar। ਜਿਹੜਾ horizontal scroll bar ਆ ਉਹਦੀ ਖੱਬੀ ਸਾਈਡ ਦੀ ਜਿਹੜੀ ਜਗ੍ਹਾ ਹੈ ਉਹਨੂੰ ਆਪਾਂ ਕਹਿੰਦੇ ਆ view buttons। ਸੋ ਕਹਿੰਦੇ ਕੋਈ ਵੀ ਟੈਬ ਜਿਹੜੀ ਸਟਾਪ ਪੋਜੀਸ਼ਨ ਹੈ ਉਹਨੂੰ ਆਪਾਂ ਕਿਸ ਅਲਾਈਨਮੈਂਟ ਦੇ ਵਿੱਚ ਨਹੀਂ ਵਰਤ ਸਕਦੇ ਸੋ ਜਦੋਂ ਆਪਣੀ ਅਲਾਈਨਮੈਂਟ ਜਸਟੀਫਾਈਡ ਹੈ ਉਦੋਂ ਨਹੀਂ ਵਰਤ ਸਕਦੇ। ਬੁੱਕਮਾਰਕ ਦਾ ਕੀ ਫਾਇਦਾ what is the use of bookmark। ਬੁੱਕਮਾਰਕ ਨਾਲ ਕੀ ਹੁੰਦਾ ਤੁਸੀਂ ਡਾਕੂਮੈਂਟ ਦੇ ਵਿੱਚ ਜੇ ਕਿਸੇ ਪਾਰਟਿਕੂਲਰ ਚੀਜ਼ ਤੇ ਜਾਣਾ ਚਾਹੁੰਦੇ ਹੋ ਉੱਥੇ ਜਾ ਸਕਦੇ ਹੋ ਸਪੈਸੀਫਿਕ ਲੋਕੇਸ਼ਨ ਤੇ to jump to a specific location in the document। ਬੁੱਕਮਾਰਕ ਹੋ ਗਿਆ ਹਾਈਪਰਲਿੰਕ। ਇਹ ਕੁਐਸਚਨ ਅੱਜਕੱਲ ਬਾਰ-ਬਾਰ ਐਗਜ਼ਾਮ ਦੇ ਵਿੱਚ ਆ ਰਹੇ ਨੇ ਸੋ ਤੁਸੀਂ ਇਹਨਾਂ ਨੂੰ 100% ਦਿਮਾਗ 'ਚ ਰੱਖ ਕੇ ਜਾਣਾ ਵੀ ਇਹਨਾਂ ਦਾ ਕੀ ਯੂਜ਼ ਆ। ਸੋ Ctrl+G ਦੱਬਣ ਦੇ ਨਾਲ ਕੀ ਹੁੰਦਾ ਸੋ ਇਹਦੇ ਨਾਲ ਕੀ ਹੋਊਗਾ ਤੁਸੀਂ ਫਾਈਂਡ ਦੀ ਜਿਹੜੀ ਆਪਸ਼ਨ ਹੁੰਦੀ ਹੈ ਉਹ ਓਪਨ ਹੋ ਜੂਗੀ
ਉਸ ਤੋਂ ਬਾਅਦ ਉਹਨੂੰ ਡਾਇਲੌਗ ਬਾਕਸ ਵਿੱਚ ਰਿਪਲੇਸ ਕਰਕੇ ਤੁਸੀਂ ਗੋ ਟੂ ਟੈਬ ਨੂੰ ਐਕਟੀਵੇਟ ਕਰ ਸਕਦੇ ਹੋ। ਦੈਨ ਹੈ 102। ਜੇ ਕਹਿੰਦੇ ਤੁਸੀਂ ਕੋਈ ਸਪੈਲਿੰਗ ਚੈੱਕ ਕਰਨੇ ਨੇ, ਇਹਦੇ ਬਾਰੇ ਆਪਾਂ ਨੇ ਪਹਿਲਾਂ ਵੀ ਪੜ੍ਹਿਆ। ਸੋ ਇਹ ਆਪਾਂ ਕਿਸ ਕੀ ਦੇ ਨਾਲ ਕਰ ਸਕਦੇ ਹਾਂ? ਸੋ F7 ਦੱਬ ਕੇ ਆਪਾਂ ਕੋਈ ਵੀ ਟੈਕਸਟ ਦੇ ਵਿੱਚ ਜੇ ਸਪੈਲਿੰਗ ਚੈੱਕ ਕਰਨੇ ਨੇ ਤਾਂ ਆਪਾਂ ਉਹ ਕਰ ਸਕਦੇ ਹਾਂ। How many maximum number of column can be inserted in Word document? Word document ਦੇ ਵਿੱਚ ਕੁੱਲ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ ਕਿੰਨੇ ਕਾਲਮ ਆਪਾਂ ਐਡ ਕਰ ਸਕਦੇ ਹਾਂ? ਸੋ ਆਪਾਂ ਕੁੱਲ 45 ਮੈਕਸਿਮਮ ਕਾਲਮ ਐਡ ਕਰ ਸਕਦੇ ਹਾਂ। ਨੈਕਸਟ ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਾਫੀ ਵਾਰੀ ਸਟੂਡੈਂਟਸ ਇਦਾਂ ਦੇ ਛੋਟੇ ਕੁਐਸਚਨ ਇਗਨੋਰ ਕਰ ਦਿੰਦੇ ਨੇ, ਪਰ ਐਗਜ਼ਾਮੀਨਰ ਦਾ ਕੁਝ ਨਹੀਂ ਪਤਾ ਉਹਨਾਂ ਦੇ ਪਰਸਪੈਕਟਿਵ ਤੋਂ ਕਿਹੜਾ ਕੁਐਸਚਨ ਇੰਪੋਰਟੈਂਟ ਹੋਵੇ। ਸੋ ਕਹਿੰਦੇ ਜਿਹੜਾ ਵੀ ਟੂਲ ਬਾਰ ਦੇ ਵਿੱਚ ਫੌਂਟ ਹੁੰਦਾ, ਸਭ ਤੋਂ ਛੋਟਾ ਤੇ ਲਾਰਜੈਸਟ ਅਵੇਲੇਬਲ ਫਾਰਮੈਟਿੰਗ ਟੂਲ ਬਾਰ ਦੇ ਵਿੱਚ ਕਿੰਨਾ ਹੁੰਦਾ? ਸੋ ਇਹ ਆਪਣਾ ਕੁਐਸਚਨ 104। ਇਹਦਾ ਆਨਸਰ ਹੈ ਆਪਸ਼ਨ 3rd, smallest 8, largest 72. Why drop cap is used in document? So drop cap ਆਪਾਂ ਵਰਤਦੇ ਹਾਂ ਤਾਂ ਕਿ ਆਪਾਂ ਕਿਸੇ ਪੈਰੇ ਨੂੰ ਸਟਾਰਟ ਕਰ ਸਕੀਏ ਇਨੀਸ਼ੀਅਲ ਕੈਪੀਟਲ ਲੈਟਰ ਦੇ ਨਾਲ। ਸੋ ਇਹ ਤੁਸੀਂ ਯਾਦ ਰੱਖਣਾ ਹੈ, ਕੈਪੀਟਲ ਲੈਟਰ। ਮੈਕਰੋ ਦਾ ਕੀ ਮਤਲਬ ਹੈ? ਸੋ ਮੈਕਰੋ ਦਾ ਮਤਲਬ ਹੈ ਛੋਟੇ ਪੈਰਾਗ੍ਰਾਫ ਜਿਹੜੇ MS ਵਰਡ ਦੇ ਵਿੱਚ ਕ੍ਰੀਏਟ ਕਰਦੇ ਆ, ਜਿਹਦੇ ਨਾਲ ਕੋਈ ਵੀ ਟਾਸਕ ਹੈ ਉਹਨੂੰ ਆਪਾਂ ਆਟੋਮੇਟ ਕਰ ਸਕੀਏ VBA ਦੀ ਵਰਤੋਂ ਦੇ ਨਾਲ। ਸੋ ਲਾਈਨ ਸਪੇਸਿੰਗ ਆਪਾਂ ਨੂੰ ਦੱਸਣਾ ਇਹਨਾਂ ਵਿੱਚੋਂ ਕਿਹੜੀ ਨਹੀਂ ਹੁੰਦੀ, ਕਿਹੜੀ ਇਨਵੈਲਿਡ ਹੈ। ਸੋ ਇਹਨਾਂ ਦੇ ਵਿੱਚੋਂ ਟ੍ਰਿਪਲ ਲਾਈਨ ਸਪੇਸਿੰਗ ਕੋਈ ਨਹੀਂ ਹੁੰਦੀ, ਸਿੰਗਲ ਹੁੰਦੀ ਹੈ, ਡਬਲ ਹੁੰਦੀ ਹੈ, ਮਲਟੀਪਲ ਹੁੰਦੀ ਹੈ। ਜੇ ਤੁਸੀਂ ਕਿਸੇ ਨੈਕਸਟ ਕਾਲਮ ਦੇ ਉੱਤੇ ਜੰਪ ਕਰਨਾ ਹੈ, ਉਰੇ ਵਰਡ ਹੈ ਕਾਲਮ, ਤਾਂ ਤੁਸੀਂ ਉੱਥੇ ਕਿਸ ਚੀਜ਼ ਦੇ ਨਾਲ ਕਰ ਸਕਦੇ ਹੋ ਇਹਨੂੰ? ਸੋ ਇਹਦਾ ਆਨਸਰ ਹੈ ਆਪਸ਼ਨ 3rd। ਤੁਸੀਂ ਜਾਂ ਤਾਂ Alt+ ਡਾਊਨ ਐਰੋ ਦੱਬ ਦਿਓ, ਉਹਦੇ ਨਾਲ ਤੁਸੀਂ ਦੂਜੇ ਕਾਲਮ ਤੇ ਪਹੁੰਚ ਜਾਓਗੇ, ਜਾਂ ਫਿਰ ਤੁਸੀਂ ਆਪਣੇ ਮਾਊਸ ਦੇ ਜ਼ਰੀਏ ਕਲਿੱਕ ਕਰਕੇ ਸਿੱਧਾ ਨੈਕਸਟ ਕਾਲਮ ਤੇ ਪਹੁੰਚੋ। ਸੋ ਇਹ ਦੋਨੋਂ ਆਪਸ਼ਨਸ ਹੀ ਸਹੀ ਨੇ। A screen element of MS Word that is usually located below title bar that provide categorized option. So ਅਲੱਗ-ਅਲੱਗ ਪ੍ਰੋਪਰ ਪਾਰਟਿਕੂਲਰ ਕੈਟਾਗਰੀਜ਼ ਦੇ ਜਿਹੜੇ ਆਪਸ਼ਨ ਮਿਲਦੀਆਂ ਨੇ MS Word ਦੇ ਵਿੱਚ ਟਾਈਟਲ ਬਾਰ ਤੋਂ ਨੀਚੇ, ਉਹਦਾ ਨਾਮ ਕੀ ਹੈ? ਸੋ ਉਹਦਾ ਨਾਮ ਹੈ ਮੈਨੂ ਬਾਰ। MS Office 2019 21 ਤਰੀਕ ਨੂੰ ਰਿਲੀਜ਼ ਹੋਇਆ ਸੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਹ ਰਿਲੀਜ਼ ਹੋਇਆ ਸੀ 24 ਸਤੰਬਰ 2018 ਨੂੰ। ਸੋ ਕਹਿੰਦੇ MS Office 2019 ਤੋਂ ਬਾਅਦ ਕਿਹੜਾ ਇੱਕ ਨਵਾਂ ਜਿਹੜਾ ਫੀਚਰ ਹੈ ਉਹ ਆਇਆ ਸੀ, ਜਿਹਦੇ ਨਾਲ ਆਪਾਂ ਇੰਸਟਾਲ ਕਰ ਸਕਦੇ ਹਾਂ ਐਜ਼ ਐਨ ਆਪਸ਼ਨਲ ਫੀਚਰ ਔਨ Office Installer। ਸੋ ਇਹ ਜਿਹੜੀ ਆਪਸ਼ਨ ਹੈ ਇਹ ਹੈ OneNote 2016 ਦੀ। ਨੈਕਸਟ ਇਜ਼ Office 365 ਦਾ ਨਵਾਂ ਨਾਮ ਕੀ ਹੈ? ਸੋ ਇਹਦਾ ਨਵਾਂ ਨਾਮ ਹੈ Microsoft 365। How many perpetual SKU edition of Office 2019 were released for Windows? So Windows ਦੇ ਲਈ ਕੋਈ ਸਟੂਡੈਂਟਸ ਹੈ, ਕੋਈ ਯੂਨੀਵਰਸਿਟੀਜ਼ ਨੇ, ਉਹ ਅਲੱਗ-ਅਲੱਗ ਕਿੰਨੇ ਐਡੀਸ਼ਨਸ ਦੇ ਵਿੱਚ ਇਸ ਦੀ ਵਰਤੋਂ ਕਰ ਸਕਦੀਆਂ ਨੇ? ਉਹ ਟੋਟਲ ਜਿਹੜੀਆਂ 2019 ਦੇ ਮਾਈਕਰੋਸਾਫਟ ਵਰਡ ਦੇ ਵਿੱਚ ਕੱਢੀਆਂ ਨੇ, ਕੁੱਲ ਐਡੀਸ਼ਨ ਕੱਢੀਆਂ ਨੇ 5। ਆਪਸ਼ਨ C ਇਜ਼ ਦਾ ਰਾਈਟ ਆਨਸਰ। ਸੋ ਕਹਿੰਦੇ Office 2019 ਨੂੰ ਚਲਾਉਣ ਦੇ ਲਈ, ਯੂਜ਼ ਕਰਨ ਦੇ ਲਈ ਆਪਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਸੋ ਇਹਦਾ ਆਨਸਰ ਹੈ ਆਪਸ਼ਨ D ਐਨੀ। ਤੁਹਾਡੇ ਕੋਲ ਵਿੰਡੋ 10 ਹੋਵੇ ਜਾਂ ਵਿੰਡੋ ਸਰਵਰ 2019 ਜਾਂ ਫਿਰ Mac OS Mojave। ਸੋ ਇਹ ਤਿੰਨੋਂ ਨਾਮ ਤੁਸੀਂ ਯਾਦ ਰੱਖਣੇ ਆ। Which ministry is associated with new social media rule? ਜਿਹੜੇ ਆਪਾਂ ਨੂੰ ਪਤਾ ਹੈ ਨਵੇਂ IT ਰੂਲ ਆਏ ਨੇ 2021 ਦੇ, ਕਿਹੜੀ ਇੰਡੀਆ ਦੀ ਮਿਨਿਸਟਰੀ ਉਹਦੇ ਨਾਲ ਐਸੋਸੀਏਟਡ ਹੈ? ਸੋ ਉਹ ਹੈ ਆਪਸ਼ਨ B ਮਿਨਿਸਟਰੀ ਆਫ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ। Square Inc. Square Inc. belongs to owner of which social media major? ਸੋ ਇਹ ਬਿਲੋਂਗ ਕਰਦਾ Twitter ਦੇ ਓਨਰ ਨੂੰ। ਸੋ ਇੱਕ ਇੰਟਰਨੈਸ਼ਨਲ ਲੈਵਲ ਦਾ ਟ੍ਰੇਡ ਕਮਿਸ਼ਨ ਆ UCFTC ਨਾਮ ਦਾ, ਇਹਨਾਂ ਨੇ ਇੱਕ ਐਂਟੀ ਟਰਸਟ ਲਾਅਸੂਟ ਕੇਸ ਫਾਈਲ ਕੀਤਾ ਸੀ ਸੋਸ਼ਲ ਮੀਡੀਆ ਦੇ ਅਗੇਂਸਟ। ਸੋ ਜਿਹੜਾ ਇਹ ਕੇਸ ਫਾਈਲ ਕੀਤਾ ਸੀ ਇਹ ਸ਼ਰਮਨ ਐਂਟੀ ਟਰਸਟ ਐਕਟ, ਇਸ ਐਕਟ ਨੂੰ ਇਨਫ੍ਰਿੰਜ ਕਰਨ ਦੇ ਲਈ ਫਾਈਲ ਕੀਤਾ ਸੀ। ਸੋ ਇਹ ਕੀਤਾ ਗਿਆ ਸੀ ਫੇਸਬੁੱਕ ਦੇ ਅਗੇਂਸਟ। WhatsApp ਤੋਂ ਬਾਅਦ ਕਹਿੰਦੇ ਕਿਹੜਾ ਹੋਰ ਹੈ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੇ
डिसअपीयरिंग फीचर ऑफ मैसेज, ਇਹ ਵਾਲਾ ਜਿਹੜਾ ਇੱਕ ਨਵਾਂ ਫੀਚਰ ਹੈ ਇਹ ਕੱਢਿਆ ਸੀ। ਸੋ ਇਹ ਕੱਢਿਆ WhatsApp ਤੋਂ ਬਾਅਦ Facebook ਮੈਸੇਂਜਰ ਨੇ। ਕਿਹੜਾ ਇਹ ਜਿਹਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੂੰ NPCI ਇੰਡੀਆ ਦੇ ਵਿੱਚ UPI ਕਰਨ ਦੇ ਲਈ ਜਿਹੜੀ ਯੂਨੀਫਾਈਡ ਪੇਮੈਂਟ ਹੁੰਦੀ ਹੈ, ਆਪਾਂ ਕਿਸੇ ਨੂੰ ਆਨਲਾਈਨ ਕੁਝ ਵੀ ਪੈਸੇ ਸਿੱਧਾ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਬੈਂਕ ਦੇ ਨਾਲ ਬਸ ਆਪਣਾ ਅਕਾਊਂਟ ਅਟੈਚ ਹੋਵੇ, ਆਪਾਂ ਡਿਜੀਟਲੀ 1 ਸੈਕਿੰਡ ਦੇ ਵਿੱਚ ਪੇਮੈਂਟ ਕਰ ਸਕਦੇ ਹਾਂ। ਸੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਇਹ ਅਪਰੂਵ ਕੀਤਾ ਹੈ WhatsApp ਦੇ ਲਈ। ਆਪਸ਼ਨ B ਇਜ਼ ਦ ਰਾਈਟ ਆਨਸਰ। ਸੋ WhatsApp ਦੇ ਵਿੱਚ ਜਿਹੜਾ ਨਵਾਂ ਪੇਮੈਂਟ ਦਾ ਫੀਚਰ ਆਇਆ ਇਹ ਉਹਦੇ ਬਾਰੇ ਗੱਲ ਹੋ ਰਹੀ ਹੈ। ਨੈਕਸਟ ਹੈ ਵਿਚ ਸੋਸ਼ਲ ਮੀਡੀਆ ਜਾਇੰਟ ਲਾਂਚਡ ਨਿਊ ਟੂਲ ਬਿਜ਼ਨਸ ਸੂਟ ਨਾਮ ਦਾ ਛੋਟੇ ਲੈਵਲ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਹੈਲਪ ਕਰਨ ਦੇ ਲਈ ਕਿਹੜੇ ਸੋਸ਼ਲ ਮੀਡੀਆ ਨੇ ਇਹ ਨਵਾਂ ਟੂਲ ਲਾਂਚ ਕੀਤਾ ਹੈ? ਸੋ ਇਹ ਕੀਤਾ ਹੈ Facebook ਨੇ। ਕਿਹੜਾ ਇਹ ਜਿਹਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਨੇ ਕੈਂਪੇਨ ਲਾਂਚ ਕੀਤਾ ਸੀ ਇਟਸ ਬਿਟਵੀਨ ਯੂ ਇਨ ਇੰਡੀਆ? ਸੋ ਇਹ ਕੀਤਾ ਸੀ WhatsApp ਨੇ। What is the name of first social media super application to be launched in India? So ਪਹਿਲੀ ਇੰਡੀਆ ਦੀ ਆਪਦੀ ਸੋਸ਼ਲ ਮੀਡੀਆ ਸੁਪਰ ਐਪਲੀਕੇਸ਼ਨ ਦਾ ਨਾਮ ਕੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਹਦਾ ਨਾਮ ਹੈ Elements। Next is what is social media marketing? ਸੋ ਸੋਸ਼ਲ ਮੀਡੀਆ ਮਾਰਕੀਟਿੰਗ ਦਾ ਬੜਾ ਹੀ ਸਿੰਪਲ ਜਿਹਾ ਮਤਲਬ ਹੈ ਕਿ ਤੁਸੀਂ ਜੋ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੇ, ਫੇਸਬੁੱਕ ਹੈ, ਇੰਸਟਾਗ੍ਰਾਮ ਆ, ਉਹਨਾਂ ਦੇ ਜ਼ਰੀਏ ਤੁਸੀਂ ਉਹਨਾਂ ਪਲੇਟਫਾਰਮਸ ਨੂੰ ਕਮਿਊਨੀਕੇਟ ਕਰਕੇ ਜੋ ਵੀ ਉਹਨਾਂ ਨੂੰ ਯੂਜ਼ ਕਰਦੇ ਨੇ ਕਸਟਮਰ, ਉਹਨਾਂ ਪਲੇਟਫਾਰਮਸ ਦੀ ਪਰਫਾਰਮੈਂਸ ਨੂੰ ਵਧਾਉਣਾ। ਸੋ ਇਹ ਹੈ ਸੋਸ਼ਲ ਮੀਡੀਆ ਮਾਰਕੀਟਿੰਗ। ਆਪਸ਼ਨ C ਇਜ਼ ਦ ਰਾਈਟ ਆਨਸਰ। Which social network is considered most popular? ਸੋ ਜਿੰਨੇ ਵੀ ਸੋਸ਼ਲ ਮੀਡੀਆ ਮਾਰਕੀਟਿੰਗ ਪਲੇਟਫਾਰਮ ਨੇ ਬਿਜ਼ਨਸ ਨਾਲ ਰਿਲੇਟਡ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਐਡਵਰਟਾਈਜ਼ ਕਰਦੇ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਪਪੂਲਰ ਹੈ ਉਹ ਹੈ Facebook। ਆਪਸ਼ਨ C। Facebook ਦੇ ਵਿੱਚ ਇੱਕ ਰੈਂਕਿੰਗ ਦੇਣ ਦੇ ਲਈ ਐਲਗੋਰਿਥਮ ਪਿੱਛੇ ਇੱਕ ਪ੍ਰੋਪਰ ਪੂਰਾ ਕੈਲਕੂਲੇਟਿਵ ਸਿਸਟਮ ਚੱਲਦਾ। ਸੋ ਉਸ ਸਿਸਟਮ ਦਾ ਨਾਮ ਹੈ EdgeRank। ਆਪਸ਼ਨ B। ਮਾਈਕਰੋ ਬਲੌਗਿੰਗ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਿਆ ਹੈ। ਸੋ ਮਾਈਕਰੋ ਬਲੌਗਿੰਗ ਤੋਂ ਕੀ ਮਤਲਬ ਆ? ਸੋ ਮਾਈਕਰੋ ਬਲੌਗਿੰਗ ਦਾ ਮਤਲਬ ਆ blogs with limited individual post limited by character count typically। ਸੋ ਜਿਵੇਂ ਟਵਿੱਟਰ ਵਗੈਰਾ ਉੱਥੇ ਮਾਈਕਰੋ ਬਲੌਗਿੰਗ ਹੁੰਦੀ ਹੈ। What is the name of Facebook's analytic package? ਸੋ Facebook ਦਾ ਜਿਹੜਾ ਐਨਾਲਿਟਿਕ ਪੈਕੇਜ ਹੈ ਉਹਦਾ ਨਾਮ ਹੈ Insights। What feature does LinkedIn offer for pay accounts? ਸੋ LinkedIn ਜਿਹੜਾ ਫੀਚਰ ਆਫਰ ਕਰਦਾ pay accounts ਦੇ ਲਈ ਉਹ ਹੈ increased ability to connect directly and send message to people। ਸੋ ਜਿਹੜੇ ਪ੍ਰੋਪਰ ਪੇ ਕਰਕੇ ਕੁਝ ਮੈਂਬਰਸ਼ਿਪ ਵਗੈਰਾ ਲੈਂਦੇ ਨੇ ਅਕਾਊਂਟਸ, ਉਹ ਕੀ ਕਰਦੇ ਨੇ ਡਾਇਰੈਕਟਲੀ ਕਿਸੇ ਨਾਲ ਲਿੰਕ ਕਰਕੇ ਉਹਨਾਂ ਨੂੰ ਮੈਸੇਜ ਭੇਜ ਸਕਦੇ ਨੇ। How is site traffic useful in evaluating marketing? ਸੋ ਤੁਹਾਡਾ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈ, ਤੁਹਾਡੀ ਸਾਈਟ ਹੈ, ਉੱਥੇ ਕਿੰਨੇ ਲੋਕ ਵਿਜ਼ਿਟ ਕਰ ਰਹੇ ਨੇ, ਉਸ ਚੀਜ਼ ਨੂੰ ਇਵੈਲੂਏਟ ਕਰਨ ਦੇ ਨਾਲ ਕਹਿੰਦੇ ਤੁਹਾਡੀ ਮਾਰਕੀਟਿੰਗ ਦੇ ਵਿੱਚ ਕੀ ਫਾਇਦਾ ਹੁੰਦਾ, ਤੁਹਾਨੂੰ ਇਹ ਚੀਜ਼ ਦਾ ਕਿਵੇਂ ਪਤਾ ਲੱਗਦਾ ਕੀ ਉਹਦੀ ਯੂਜ਼ਫੁਲਨੈਸ ਹੈ। ਸੋ ਇਹਦਾ ਆਨਸਰ ਹੈ ਆਪਸ਼ਨ C। ਜਿਹੜੀਆਂ ਐਡਸ ਨੇ ਉਹ ਰਿਸੀਵਰ ਦੇ ਕੋਲ ਪਹੁੰਚਦੀਆਂ ਨੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਟਰੈਕ ਕਰ ਸਕਦੇ ਹੋ ਆਪਣੀ ਸੋਸ਼ਲ ਮੀਡੀਆ ਦੀ ਪਰਫਾਰਮੈਂਸ ਨੂੰ। ਨੈਕਸਟ ਹੈ ਸੋਸ਼ਲ ਮੀਡੀਆ ਦੇ ਲਈ ਆਪਾਂ ਹੋਰ ਕਿਹੜੀ ਟਰਮ ਯੂਜ਼ ਕਰਦੇ ਹਾਂ? ਸੋ ਇਹਦੇ ਲਈ ਆਪਾਂ ਯੂਜ਼ ਕਰਦੇ ਹਾਂ ਕੰਜ਼ਿਊਮਰ ਜਨਰੇਟਡ ਮੀਡੀਆ, ਕਿਉਂਕਿ ਆਪਾਂ ਨੂੰ ਪਤਾ ਹੈ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਇਹ ਆਪਣੇ ਆਮ ਪਬਲਿਕ ਕੰਜ਼ਿਊਮਰ ਲੋਕਾਂ ਦੇ ਨਾਲ ਹੀ ਚੱਲਦੇ ਨੇ। What is one measure a company can use to validate the usefulness of its video post on YouTube? ਸੋ ਕੋਈ ਵੀ YouTube ਦੇ ਉੱਤੇ ਵੀਡੀਓ ਪੋਸਟ ਪਾਈ ਹੈ ਉਹਨੂੰ ਜੇ ਵੈਲੀਡੇਟ ਕਰਨਾ ਹੈ, ਮਤਲਬ ਇਹ ਦੇਖਣਾ ਵੀ ਉਹਨੂੰ ਮੈਜ਼ਰ ਕਰਨਾ, ਉਹਨੂੰ ਮਾਪਣਾ ਵੀ ਉਹ ਕਿੰਨੀ ਫਾਇਦੇਮੰਦ ਆ, ਕਿੰਨੇ ਕੁ ਲੋਕ ਉਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ, ਦੇਖ ਰਹੇ ਨੇ। ਸੋ ਉਹ ਆਪਾਂ ਦੇਖਦੇ ਹਾਂ ਉਸ ਵੀਡੀਓ ਦੇ ਵਿਊਜ਼ ਤੋਂ ਵੀ ਕਿੰਨੇ ਉਸ ਵੀਡੀਓ ਤੇ ਵਿਊਜ਼ ਆਏ ਨੇ। ਨੈਕਸਟ ਹੈ ਹਾਊ ਅ ਕੰਪਨੀ ਕਨਵਰਟ ਪੋਸਟ ਔਨ ਟਵਿੱਟਰ ਟੂ ਸੇਲ। ਜੇ ਕੋਈ ਟਵਿੱਟਰ ਦੇ ਉੱਤੇ ਪੋਸਟ ਪਾਈ ਹੈ ਤੁਸੀਂ ਉਹਨੂੰ ਮਾਰਕੀਟਿੰਗ ਪਰਪਸ ਦੇ ਲਈ ਕਨਵਰਟ ਕਰਵਾਉਣਾ ਤਾਂ ਤੁਸੀਂ ਕੀ ਕਰਦੇ ਹੋ, ਕ੍ਰੀਏਟ ਕਰਦੇ ਹੋ ਉਹ ਜਿਹੀ ਪੋਸਟ ਨੂੰ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਫੋਲੋਅਰਸ ਨੂੰ ਤੁਹਾਡੀ ਸਾਈਟ ਤੱਕ ਲੈ ਕੇ ਆਵੇ। ਸੋ ਡਰਾਈਵ ਫੋਲੋਅਰਸ ਟੂ देयर ਸਾਈਟ। ਇਸ ਤਰ੍ਹਾਂ ਦੇ ਨਾਲ ਟਵਿੱਟਰ ਦੇ ਜ਼ਰੀਏ ਜਿਹੜਾ ਮਾਰਕੀਟਿੰਗ ਦਾ ਪ੍ਰੋਸੀਜਰ ਹੈ ਵੱਖ-ਵੱਖ ਕੰਪਨੀਆਂ ਦੇ ਦੁਆਰਾ
ਉਹ ਕਰਵਾਇਆ ਜਾਂਦਾ ਹੈ। ਨੈਕਸਟ ਹੈ ਇੰਟਰਨੈਟ ਕੀ ਹੈ। ਸੋ ਇੰਟਰਨੈਟ ਅ ਵਰਲਡ ਵਾਈਡ ਇੰਟਰਕਨੈਕਟਡ ਨੈਟਵਰਕ ਹੈ ਕੰਪਿਊਟਰਸ ਦਾ, ਇੱਕ ਕਾਮਨ ਪ੍ਰੋਟੋਕਾਲ ਦੇ ਨਾਲ ਜੁੜਿਆ ਹੁੰਦਾ ਹੈ। ਆਈਪੀ ਐਡਰੈਸ ਇੱਕ ਜਗ੍ਹਾ ਤੇ ਕਿਸੇ ਹੋਰ ਦੇ ਨਾਲ ਕਮਿਊਨੀਕੇਟ ਕਰਨ ਦੇ ਲਈ। ਸੋ ਇਹ ਹੈ ਇੰਟਰਨੈਟ, ਆਪਸ਼ਨ ਡੀ ਇਜ਼ ਦ ਰਾਈਟ ਆਂਸਰ। 134 ਫੈਸਿਲਿਟੀਜ਼ ਅਵੇਲੇਬਲ ਇਨ ਦ ਇੰਟਰਨੈਟ। ਇੰਟਰਨੈਟ ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਹੁੰਦੀਆਂ ਨੇ। ਸੋ ਆਪਾਂ ਇੰਟਰਨੈਟ ਦੀ ਮਦਦ ਦੇ ਨਾਲ ਈਮੇਲ ਭੇਜ ਸਕਦੇ ਹਾਂ, ਕਿਤੇ ਵੀ ਬੈਠ ਕੇ ਪੂਰੀ ਦੁਨੀਆ 'ਚ ਲੌਗਇਨ ਕਰ ਸਕਦੇ ਹਾਂ, ਫਾਈਲਾਂ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਬੀ। ਨੈਕਸਟ ਕੁਐਸਚਨ ਹੈ ਇੰਟਰਨੈਟ ਰਿਕੁਆਇਰ। ਇੰਟਰਨੈਟ ਨੂੰ ਚੱਲਣ ਦੇ ਲਈ ਕੀ ਚਾਹੀਦਾ। ਸਿੰਪਲੀ ਇਹਨੂੰ ਜਿਹੜੇ ਵੀ ਕੰਪਿਊਟਰਾਂ ਦੇ ਵਿੱਚ ਚੱਲਣਾ, ਆਪਸ ਦੇ ਵਿੱਚ ਉਹ ਕੰਪਿਊਟਰ ਉਸ ਇੰਟਰਨੈਟ ਨੂੰ ਚਲਾਉਣ ਦੇ ਲਈ ਜਿਹੜੇ ਰੂਲਸ ਨੇ ਕਮਿਊਨੀਕੇਟ ਕਰਨ ਦੇ ਲਈ ਉਹਨਾਂ ਦੇ ਉੱਤੇ ਅਗਰੀ ਕਰਨ। ਮਤਲਬ ਜੋ ਵੀ ਉਹ ਐਡਰੈਸ ਹੈ, ਜਿਹੜਾ ਵੀ ਉਸ ਇੰਟਰਨੈਟ ਦਾ ਕੋਈ ਵੀ ਆਈਪੀ ਐਡਰੈਸ ਹੈ, ਉਹ ਬੈਂਡ ਨਾ ਹੋਵੇ ਦੂਜੇ ਕੰਪਿਊਟਰ ਤੇ। ਈਚ ਕੰਪਿਊਟਰ ਕਨੈਕਟਡ ਟੂ ਦ ਇੰਟਰਨੈਟ ਮਸਟ। ਜਿਹੜਾ ਵੀ ਕੰਪਿਊਟਰ ਇੰਟਰਨੈਟ ਦੇ ਨਾਲ ਕਨੈਕਟਡ ਹੈ, ਉਹਦੇ ਵਿੱਚ ਕੀ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ। ਉਹਦਾ ਇੱਕ ਆਪਣਾ ਵੱਖਰਾ ਯੂਨੀਕ ਆਈਪੀ ਐਡਰੈਸ ਹੋਣਾ ਚਾਹੀਦਾ ਹੈ। ਆਈਪੀ ਐਡਰੈਸ ਦੀ ਮਦਦ ਦੇ ਨਾਲ ਹੀ ਆਪਾਂ ਨੇ ਇੰਟਰਨੈਟ ਟੌਪਿਕ ਦੇ ਵਿੱਚ ਪੂਰਾ ਡੀਪਲੀ ਡਿਸਕਸ ਕੀਤਾ ਸੀ ਕਿ ਕੰਪਿਊਟਰ ਚੱਲ ਸਕਦਾ ਹੈ ਇੰਟਰਨੈਟ ਦੇ ਨਾਲ। XML ਦੀ ਕਹਿੰਦੇ ਐਡਵਾਂਟੇਜ ਕੀ ਹੈ HTML ਦੇ ਨਾਲੋਂ। ਸੋ ਉਰੇ ਓਵਰ ਮਤਲਬ HTML ਨਾਲੋਂ ਆਪਾਂ ਨੇ XML ਦੀ ਐਡਵਾਂਟੇਜ ਦੱਸਣੀ ਹੈ। ਸੋ 137 ਦਾ ਰਾਈਟ ਆਂਸਰ ਹੈ ਆਪਸ਼ਨ ਬੀ। ਸੋ ਜਿਹੜਾ XML ਹੈ, it allow processing of data stored in web page. It uses meaningful tag which aid in understanding nature of document. ਆਪਾਂ ਨੂੰ document ਦਾ ਪਤਾ ਚੱਲਦਾ ਕਿਸ ਤਰ੍ਹਾਂ ਦਾ। It is simpler than HTML. ਇਹ ਗਲਤ ਹੈ, HTML ਨਾਲੋਂ simpler ਨਹੀਂ ਹੈ। It separate presentation and structure of data. ਇਹ ਵੀ ਬਿਲਕੁਲ ਸਹੀ ਹੈ। ਸੋ ਇਹਦਾ right answer ਹੈ 1, 2 and 4. In order to interpret XML document, one should. ਜੇ ਆਪਾਂ ਨੇ XML format ਦੇ documents ਨੂੰ ਪੜ੍ਹਨਾ, ਸਮਝਣਾ, interpret ਕਰਨਾ, ਤਾਂ ਆਪਾਂ ਨੂੰ ਉਹਦੇ ਲਈ ਕੀ ਚਾਹੀਦਾ। ਉਹਦੇ ਲਈ have a document type definition which define the tag. ਤੁਹਾਡੇ ਕੋਲ proper ਇੱਕ definitions ਦਾ ਚਾਰਟ ਹੋਣਾ ਚਾਹੀਦਾ ਜਿਹਦੇ ਤੋਂ ਤੁਹਾਨੂੰ ਪਤਾ ਲੱਗੇ ਵੀ ਜੋ XML ਦੇ ਵਿੱਚ words use ਕੀਤੇ ਨੇ ਉਹਨਾਂ words ਦਾ ਅਸਲੀ ਮਤਲਬ ਕੀ ਨਿਕਲਦਾ ਹੈ। XML ਦਾ ਮਤਲਬ ਕੀ ਹੈ, ਇਹਦੀ full form ਕੀ ਹੈ। ਬਹੁਤ important question ਹੈ। Extended Markup Language. Option C is the right answer. SGML ਦੀ full form ਕੀ ਹੈ। Standard Generalized Markup Language. HTML uses. HTML ਕਿਸ ਚੀਜ਼ ਨੂੰ use ਕਰਦੀ ਹੈ। Fixed tag defined by the language. ਜਿਹੜੀ language ਨੇ, computer language ਨੇ ਕੋਈ ਪੱਕੇ tag ਰੱਖੇ ਹੋਏ ਨੇ। XML ਦੇ ਵਿੱਚ ਕੀ ਹੈ ਕਿ ਆਪਾਂ ਨੂੰ ਅਲੱਗ-ਅਲੱਗ ਤੋਂ ਜੋ ਵੀ definitions ਨੇ ਉਹਨਾਂ ਦੇ tags ਦੇ ਮਤਲਬ ਲੱਭਣੇ ਪੈਂਦੇ ਨੇ। HTML ਦੇ ਵਿੱਚ proper fixed tags ਨੇ। HTML ਦੀ full form ਕੀ ਹੈ। ਸੋ ਇਹਦੀ full form ਵੀ ਬਹੁਤ important ਹੈ। Hypertext Markup Language. Internet address must always have at least. ਸੋ ਜਿਹੜਾ ਵੀ ਇੰਟਰਨੈਟ ਦਾ ਐਡਰੈਸ ਹੈ, ਆਈਪੀ ਐਡਰੈਸ ਹੈ, ਉਹਦੇ ਵਿੱਚ ਕਹਿੰਦੇ ਕੀ ਹੋਣਾ ਚਾਹੀਦਾ। at least means ਘੱਟ ਤੋਂ ਘੱਟ ਉਹਦੇ 'ਚ ਕੀ ਹੋਣਾ ਚਾਹੀਦਾ। ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ ਸੀ। ਸੋ ਇਹਦੇ ਵਿੱਚ ਇੱਕ ਤਾਂ ਕੰਟਰੀ ਦਾ ਨੇਮ ਜਾਂ ਆਰਗੇਨਾਈਜੇਸ਼ਨ ਦੀ ਟਾਈਪ ਹੋਣੀ ਚਾਹੀਦੀ ਹੈ, ਨਾਲ ਹੀ ਤੁਹਾਡਾ ਨੇਮ ਆਫ ਦ ਆਰਗੇਨਾਈਜੇਸ਼ਨ। A piece of icon or image on web page associated with another web page. ਸੋ ਕਹਿੰਦੇ ਕਿਸੇ ਵੀ ਤੁਸੀਂ ਵੈਬ ਪੇਜ ਨੂੰ ਖੋਲਿਆ, ਉਹਦੇ ਤੇ ਤੁਹਾਨੂੰ ਛੋਟਾ ਜਿਹਾ ਕੋਈ ਆਈਕਨ ਜਾਂ ਇਮੇਜ ਦਿਖੂ ਜਿਹੜੀ ਤੁਹਾਨੂੰ ਦੂਜੇ ਵੈਬ ਪੇਜ ਤੱਕ ਲੈ ਕੇ ਜਾਊ। ਸੋ ਇਹ ਹੈ ਹਾਈਪਰਲਿੰਕ, ਆਪਸ਼ਨ ਬੀ। ਵੈਰੀ ਇੰਪੋਰਟੈਂਟ ਕੁਐਸਚਨ, ਯੂ ਮਸਟ ਮਾਰਕ ਦਿਸ ਸਟਾਰ। What is a web browser? ਵੈਬ ਬਰਾਊਜ਼ਰ ਕੀ ਹੁੰਦਾ। ਸੋ ਵੈਬ ਬਰਾਊਜ਼ਰ ਕੀ ਹੈ, ਇੱਕ ਇਹੋ ਜਿਹਾ ਪ੍ਰੋਗਰਾਮ ਜਿਹੜਾ ਕਿ ਡਿਸਪਲੇ ਕਰਦਾ ਇੱਕ ਵੈਬ ਪੇਜ ਨੂੰ। ਦੈਨ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ HTML ਡਾਕੂਮੈਂਟਸ ਦੇਖ ਸਕਦੇ ਹਾਂ। ਵੈਬ ਬਰਾਊਜ਼ਰ ਜਿਵੇਂ ਆਪਣਾ ਇੰਟਰਨੈਟ ਐਕਸਪਲੋਰਰ ਹੋ ਗਿਆ, ਗੂਗਲ ਕ੍ਰੋਮ, ਓਪਰਾ, ਮੋਜ਼ਿਲਾ ਫਾਇਰਫੌਕਸ, ਕੁਛ ਵੀ ਜਿਹਦੇ ਵਿੱਚ ਵੀ ਆਪਾਂ ਕੋਈ ਚੀਜ਼ ਲੱਭਦੇ ਹਾਂ, ਕੋਈ ਵੈਬਸਾਈਟ ਲੱਭਦੇ ਹਾਂ, ਕੋਈ ਡਾਕੂਮੈਂਟ ਸਰਚ ਕਰ ਸਕਦੇ ਹਾਂ HTML ਫਾਰਮੈਟ ਦਾ। ਆਪਾਂ ਵੱਖ-ਵੱਖ ਤਰ੍ਹਾਂ ਦੇ ਇੰਟਰਨੈਟ ਦੀ ਮਦਦ ਦੇ ਨਾਲ ਰਿਸੋਰਸਿਸ ਵੱਲ ਜਾ ਸਕਦੇ ਹਾਂ। ਸੋ ਵੈਬ ਬਰਾਊਜ਼ਰ ਇਹ ਤਿੰਨੋਂ ਚੀਜ਼ਾਂ ਨੇ। ਆਪਸ਼ਨ ਡੀ ਇਜ਼ ਦ ਰਾਈਟ ਆਂਸਰ, ਆਲ ਦੀ ਅਬਵ। URL ਦੀ full form ਹੈ Uniform Resource Locator. Which of the following is not used to generate dynamic web page?
ਸੋ ਕਿਹੜੀ ਇਹ ਜੀ ਚੀਜ਼ ਆ ਜਿਹਦੀ ਆਪਾਂ ਵਰਤੋਂ ਨਹੀਂ ਕਰਦੇ ਅਲੱਗ-ਅਲੱਗ ਤਰ੍ਹਾਂ ਦੇ ਵੈਬ ਪੇਜ ਖੋਲਣ ਦੇ ਲਈ? ਸੋ ਉਹ ਹੈ CSS। Which of the following is a social network? ਇਹਨਾਂ ਦੇ ਵਿੱਚੋਂ social network ਕਿਹੜਾ ਹੈ? Twitter, option D। Which of the following is an instant messaging application? So ਇਹ question ਦੁਬਾਰਾ repeat ਹੋ ਰਿਹਾ ਹੈ। ਸੋ ਇਹ ਤਿੰਨੋਂ ਹੀ instant messaging applications ਨੇ WhatsApp, Google Talk, Viber। 150th Twitter is generally used for। Twitter ਆਪਾਂ generally ਆਮ ਤੌਰ ਤੇ ਕਿਸ ਚੀਜ਼ ਲਈ ਵਰਤਦੇ ਹਾਂ? ਸੋ ਇਹਨੂੰ ਆਪਾਂ social networking ਦੇ ਲਈ ਵਰਤਦੇ ਹਾਂ। ਇਹਨਾਂ ਵਿੱਚੋਂ ਸਰਚ ਇੰਜਨ ਕਿਹੜਾ ਨਹੀਂ ਹੈ? ਇਹ ਕੁਐਸਚਨ ਵੀ ਰਿਪੀਟ ਹੋ ਰਿਹਾ ਹੈ। ਸੋ ਇਹਨਾਂ ਵਿੱਚੋਂ ਵਿੰਡੋਜ਼ ਸਰਚ ਇੰਜਨ ਨਹੀਂ ਹੈ। ਆਪਾਂ ਨੇ ਪੜਿਆ ਸੀ ਵਿੰਡੋਜ਼ ਇਜ਼ ਐਨ ਆਪਰੇਟਿੰਗ ਸਿਸਟਮ। ਨੈਕਸਟ ਇਜ਼ ਇੱਕ ਪ੍ਰੋਸੈਸ ਕੀ ਹੈ? ਕੰਪਿਊਟਰ ਦੀ ਭਾਸ਼ਾ ਦੇ ਵਿੱਚ ਪ੍ਰੋਸੈਸ ਹੈ ਇਹ ਜਿਹਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਐਗਜ਼ੀਕਿਊਸ਼ਨ ਦੇ ਵਿੱਚ ਹੈ। ਇਨਫੋਰਮੇਸ਼ਨ ਦਾ ਕੰਪਿਊਟਰ ਇਨਫੋਰਮੇਸ਼ਨ ਦਾ ਸਭ ਤੋਂ ਛੋਟਾ ਯੂਨਿਟ ਸਮੋਲੈਸਟ ਯੂਨਿਟ ਕੀ ਹੈ? ਸੋ ਉਹ ਹੈ ਅ ਬਿਟ। ਕਹਿੰਦੇ ਕਿਹੜੀ ਇਹ ਜੀ ਟਰਮ ਹੈ ਵਰਡ ਹੈ ਜਿਹਦੀ ਆਪਾਂ ਵਰਤੋਂ ਕਰਦੇ ਹਾਂ for temporary storage area that compensate for difference in data rate and data flow। ਕਹਿੰਦੇ ਕਈ ਵਾਰੀ ਕੀ ਹੁੰਦਾ ਵੀ ਆਪਾਂ ਵੇਟ ਕਰਦੇ ਹੁੰਦੇ ਆ ਟੈਂਪਰੇਰੀ ਥੋੜੇ ਸਮੇਂ ਦੇ ਲਈ ਵੀ ਕੋਈ ਚੀਜ਼ ਸਟਾਰਟ ਹੋਊਗੀ ਉਹਦੇ ਤੇ ਜਿੰਨਾ ਡੇਟਾ ਆਪਾਂ ਨੂੰ ਚਾਹੀਦਾ ਫਲੋ ਚਾਹੀਦਾ ਉਹਨਾਂ ਆ ਨਹੀਂ ਰਿਹਾ ਉਦੋਂ ਆਪਾਂ ਕਹਿੰਦੇ ਆ ਬਫਰ। ਆਪਾਂ ਬਹੁਤ ਵਾਰੀ ਕਹਿੰਦੇ ਆ ਕਿ ਹਜੇ ਬਫਰਿੰਗ ਹੋ ਰਹੀ ਹੈ ਹਜੇ ਉਹ ਚੀਜ਼ ਲੋਡ ਹੋ ਰਹੀ ਹੈ। ਸੋ ਉਹਦੇ ਲਈ ਲੋਡਿੰਗ ਦੇ ਲਈ ਜਿਹੜੀ ਕੰਪਿਊਟਰ ਭਾਸ਼ਾ ਹੈ ਉਹਦੇ 'ਚ ਆਪਾਂ ਵਰਡ ਵਰਤਦੇ ਆ ਬਫਰ। How many color dots make up one color pixel? ਇੱਕ ਸਕਰੀਨ ਦੇ ਉੱਤੇ ਇੱਕ ਕਲਰ ਪਿਕਸਲ ਕਿੰਨੀਆਂ ਕਲਰ ਡਾਟ ਮਿਲ ਕੇ ਬਣਾਉਂਦੀਆਂ ਨੇ? ਸੋ ਇਹਦਾ ਆਨਸਰ ਹੈ ਆਪਸ਼ਨ 4 3। ਨੈਕਸਟ ਇਜ਼ ਹਾਊ ਇਜ਼ ਦ ਡੇਟਾ ਸਟੋਰਡ ਔਨ ਅ ਡਿਸਕ? ਸੋ ਕਿਸੇ ਵੀ ਡਿਸਕ ਦੇ ਵਿੱਚ ਜਿਵੇਂ CD ਵਗੈਰਾ ਵੀ ਹੋਗੀ ਉਹਦੇ ਵਿੱਚ ਡੇਟਾ ਕਿਵੇਂ ਸਟੋਰ ਹੁੰਦਾ? ਸੋ ਉਹ ਹੁੰਦਾ ਆਪਸ਼ਨ 3 ਮੈਗਨੇਟਿਜ਼ਮ ਦੀ ਮਦਦ ਦੇ ਨਾਲ। Which of the following natural element is the primary element in computer chip? So कोई भी computer chip है ਉਹਦੇ 'ਚ ਜਿਹੜੀ ਤੁਹਾਨੂੰ main ਚੀਜ਼ ਦਿਖੂਗੀ ਉਹ ਹੁੰਦੀ ਹੈ silicon। Which of the following program enable you to calculate number related to rows and column? So ਜੇ ਤੁਸੀਂ rows and column ਦੇ numbers ਨੂੰ calculate ਕਰਨਾ ਤਾਂ ਤੁਸੀਂ ਕਿੱਥੇ ਜਾਓਗੇ? ਤੁਸੀਂ ਜਾਓਗੇ spreadsheet program ਵਿੱਚ। spreadsheet ਕਿੱਥੇ ਹੁੰਦੀ ਹੈ? Excel ਦੇ ਵਿੱਚ। Which of the following is an output device? ਜੋ ਤੁਹਾਨੂੰ ਚੀਜ਼ਾਂ ਬਾਹਰ ਕੱਢ ਕੇ ਦਹੇ ਸੋ ਉਹ ਹੈ output VDU Visual Display Unit। ਇਹ ਆਪਾਂ ਨੇ ਪੜਿਆ ਸੀ ਕੰਪਿਊਟਰ ਮੋਨੀਟਰ। Which of the following is an input device? ਇਹਨਾਂ ਚੋਂ input device ਕਿਹੜਾ ਹੈ? ਮਾਊਸ। ਮਤਲਬ ਤੁਸੀਂ ਬਾਹਰੋਂ ਕਲਿੱਕ ਕਰਦੇ ਹੋ ਉਹਦੇ ਨਾਲ ਅੰਦਰ ਉਹ ਜਿਹੜਾ ਫੰਕਸ਼ਨ ਹੈ ਉਹ ਪਰਫਾਰਮ ਹੁੰਦਾ ਹੈ। ਬੂਟਿੰਗ ਦਾ ਮਤਲਬ ਕੀ ਹੈ? ਬੂਟਿੰਗ ਦਾ ਮਤਲਬ ਹੈ ਕੰਪਿਊਟਰ ਦਾ ਰੀਸਟਾਰਟ ਹੋਣਾ ਆਪਸ਼ਨ A। Which of the following group contain graphical file extension? So ਜੇ ਤੁਸੀਂ ਕੋਈ graphical ਕੋਈ image file extensions ਕਰਨੀਆਂ ਨੇ ਤਾਂ ਉਹਨਾਂ ਦੇ ਪਿੱਛੇ ਕਿਹੜੇ-ਕਿਹੜੇ word ਲਿਖੇ ਹੁੰਦੇ ਨੇ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ D JPG ਲਿਖਿਆ ਹੋਊਗਾ ਜਾਂ GIF ਜਾਂ ਫਿਰ BMP। ਸੋ 4 ਕਿਲੋਬਾਈਟ ਦੇ ਵਿੱਚ ਕਿੰਨੀਆਂ ਬਾਈਟਸ ਹੁੰਦੀਆਂ ਨੇ? ਸੋ ਇਹਦਾ ਸਹੀ ਉੱਤਰ ਹੈ 4096। ਇਹ ਕੁਐਸਚਨ ਬਾਈਟਸ ਵਾਲੇ ਕਿਲੋਬਾਈਟਸ ਵਾਲੇ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਆ। Which type of program acts an intermediary between user of a computer and computer hardware? So user ਜਿਹੜਾ ਚਲਾ ਰਿਹਾ ਤੇ ਜਿਹੜਾ ਕੰਪਿਊਟਰ ਅੰਦਰ ਚੀਜ਼ਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਜੋ ਆਪਸ ਦੇ ਵਿੱਚ ਮਿਲਾ ਕੇ ਰੱਖਦਾ ਇੰਟਰਮੀਡੀਏਰੀ ਹੈ ਉਹ ਹੈ ਆਪਣਾ ਕੰਪਿਊਟਰ ਦਾ ਆਪਰੇਟਿੰਗ ਸਿਸਟਮ। DRAM ਦੀ ਫੁੱਲ ਫਾਰਮ ਹੈ Dynamic Random Access Memory। Which of the following software application would be most appropriate for performing? So numerical ਤੇ ਜੇ statistical calculations ਕਰਨੀਆਂ ਨੇ ਤਾਂ ਇਹਨਾਂ ਵਿੱਚੋਂ ਕਿਹੜਾ ਐਪ ਹੈ ਜਿਹਦੀ ਵਰਤੋਂ ਆਪਾਂ ਕਰ ਸਕਦੇ ਹਾਂ? ਸੋ ਉਹ ਆਪਾਂ ਕਰਾਂਗੇ spreadsheet। Which of the following is not considered hardware? ਇਹਨਾਂ ਚੋਂ hardware ਕਿਹੜੀ ਚੀਜ਼ ਨਹੀਂ ਹੈ? ਸੋ operating system hardware ਨਹੀਂ ਹੈ ਬਾਕੀ ਇਹ ਤਿੰਨੋਂ hardware ਹੈ। Which of the following is exclusively a sequential access storage data? So ਇਹਨਾਂ ਵਿੱਚੋਂ ਹੈ magnetic tape। ਮੇਨ ਕੰਪਿਊਟਰ ਸਿਸਟਮ ਦੇ 5 ਜਿਹੜੇ ਸਹੀ ਅਸਲੀ ਸਭ ਤੋਂ ਜ਼ਰੂਰੀ ਕੰਪੋਨੈਂਟ ਨੇ ਕਿਸੇ ਵੀ ਕੰਪਿਊਟਰ ਸਿਸਟਮ ਦੇ ਉਹ ਕਿਹੜੇ-ਕਿਹੜੇ ਨੇ? ਸੋ ਉਹ ਹੈ CPU, ਮੈਮਰੀ,
system bus, input output. So option 4th is the right answer. ਹੁਣ ਆਪਾਂ ਨੇ ਦੱਸਣਾ ਇਹਨਾਂ ਚੋਂ ਕਿਹੜੀ ਸਟੇਟਮੈਂਟ ਸਹੀ ਹੈ ਟੈਂਪਲੇਟ ਦੇ ਰਿਗਾਰਡਿੰਗ। ਟੈਂਪਲੇਟ ਕੀ ਹੁੰਦਾ? ਟੈਂਪਲੇਟ ਨੂੰ ਪ੍ਰਿਪੇਅਰ ਕੀਤਾ ਜਾਂਦਾ ਹੈ ਵਰਡ ਪ੍ਰੋਸੈਸਿੰਗ ਪੈਕੇजेस ਦੇ ਜ਼ਰੀਏ। ਸੋ ਟੈਂਪਲੇਟ ਨੂੰ ਲੈ ਕੇ ਜਿਹੜੀ ਆਪਸ਼ਨ ਸਹੀ ਹੈ ਉਹ ਹੈ ਫਰਸਟ, ਐਨੀ ਡਾਕੂਮੈਂਟ ਕੈਨ ਬੀ ਸੇਵਡ ਐਜ਼ ਅ ਟੈਂਪਲੇਟ। ਕੋਈ ਵੀ ਡਾਕੂਮੈਂਟ ਹੈ ਉਹਨੂੰ ਆਪਾਂ ਟੈਂਪਲੇਟ ਦੇ ਤੌਰ ਤੇ ਸੇਵ ਕਰਕੇ ਰੱਖ ਸਕਦੇ ਹਾਂ। ਸੋ ਇਹਨਾਂ ਚੋਂ ਆਪਾਂ ਨੇ ਦੱਸਣਾ ਵਰਮ ਵਾਇਰਸ ਦੀ ਡਿਸਕ੍ਰਿਪਸ਼ਨ ਸਹੀ ਤਰੀਕੇ ਦੇ ਨਾਲ ਕਿਹੜੀ ਆਪਸ਼ਨ ਦੇ ਰਹੀ ਹੈ। ਸੋ ਵਰਮ ਵਾਇਰਸ ਕੀ ਹੈ? ਇਹ ਆਪਣੇ ਆਪ ਨੂੰ ਇੰਟਰਨੈਟ ਜਾਂ ਫਿਰ ਜਿਹੜੀ ਆਪਣੀ ਈਮੇਲ ਹੁੰਦੀ ਹੈ ਉਹਦੇ ਥਰੂ ਆਪਣੇ ਸਿਸਟਮ ਦੇ ਵਿੱਚ ਐਡ ਕਰਦੇ ਆ। ਸੋ ਇਟ ਪ੍ਰੋਪਾਗੇਟ ਥਰੂ ਇੰਟਰਨੈਟ ਐਂਡ ਈਮੇਲ। ਨੈਕਸਟ ਹੈ ਆਪਾਂ ਨੇ ਦੱਸਣਾ ਬਰਾਊਜ਼ਰ ਸੌਫਟਵੇਅਰ ਇਹਨਾਂ ਦੇ ਵਿੱਚੋਂ ਕਿਹੜਾ ਹੈ। ਸੋ ਇੰਟਰਨੈਟ ਐਕਸਪਲੋਰਰ ਇੱਕ ਵੈਬ ਬਰਾਊਜ਼ਰ ਦੀ ਐਗਜ਼ਾਮਪਲ ਹੈ। ਨੈਕਸਟ ਕੁਐਸਚਨ ਹੈ ਕਹਿੰਦੇ ਕਿਹੜਾ ਪ੍ਰਿੰਟਰ ਹੈ ਜਿਹੜਾ ਸਪ੍ਰੌਕੇਟ ਫੈਡ ਕਾਰਬਨ ਕਾਪੀ ਕੱਢਣ ਦੇ ਲਈ ਸਭ ਤੋਂ ਜ਼ਿਆਦਾ ਸੂਟੇਬਲ ਹੈ, ਬੈਸਟ ਮੰਨਿਆ ਜਾਂਦਾ। ਸੋ ਉਹ ਹੈ ਆਪਸ਼ਨ 3rd ਡਾਟ ਮੈਟ੍ਰਿਕਸ ਪ੍ਰਿੰਟਰ। ਨੈਕਸਟ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿਹੜੀ ਮਾਡਰਨ ਪ੍ਰਿੰਟਰ ਹੈ ਕੋਈ ਵੀ ਉਹਦੀ ਜੇ ਆਪਾਂ ਨੇ ਸਪੀਡ ਆਪਾਂ ਨੇ ਮੈਜਰ ਕਰਨੀ ਹੈ, ਮਾਪਣੀ ਹੈ, ਤਾਂ ਉਹ ਆਪਾਂ ਮਾਪਦੇ ਹਾਂ PPM ਦੇ ਵਿੱਚ। Which of the following language computer understands? So computer ਹਮੇਸ਼ਾ binary language ਨੂੰ ਸਮਝਦਾ ਹੈ। VDU ਇਹਦੀ full form ਕੀ ਹੈ? Option D Visual Display Unit। EEPROM ਬਹੁਤ ਵਾਰੀ ਐਗਜ਼ਾਮ ਦੇ ਵਿੱਚੋਂ ਕੁਐਸਚਨ ਰਿਪੀਟ ਹੋਇਆ। ਸੋ ਇਹਦੀ full form ਹੈ Option B Electrically Erasable Programmable Read Only Memory। ਸੋ ਨੈਕਸਟ ਹੈ ਇਹਨਾਂ ਦੇ ਵਿੱਚੋਂ non volatile memory chip ਕਿਹੜੀ ਹੈ? So A है option A EEPROM। In which of the following second generation computer was based? So second generation ਜਿਹੜੇ ਕੰਪਿਊਟਰ ਆਏ ਸੀ ਉਹ transistor based ਸੀ ਤੇ ਜਿਹੜੇ first generation computer ਸੀ ਉਹ ਸੀ vacuum tubes ਵਾਲੇ। So in which of the following computer generation vacuum tubes were used? So ਇਹਦਾ ਆਨਸਰ ਹੋਊਗਾ first generation। Single dot on a computer screen ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਇੱਕ single dot ਨੂੰ ਆਪਾਂ ਇਹਨੂੰ ਕਹਿੰਦੇ ਆ pixel। Which of the following command cannot be used to work on a file? ਕੋਈ ਵੀ ਫਾਈਲ ਹੈ ਉਹਦੇ ਤੇ ਕਹਿੰਦੇ ਇਹਨਾਂ ਚੋਂ ਕਿਹੜੀ ਕਮਾਂਡ ਕੰਮ ਨਹੀਂ ਕਰਦੀ। ਸੋ ਇਹਦਾ ਉੱਤਰ ਹੈ option 4 ਇਹ ਤਿੰਨੋਂ ਕਮਾਂਡ ਹੀ ਫਾਈਲ ਦੇ ਉੱਤੇ ਕੰਮ ਕਰਦੀਆਂ। Which of the following language was used in first generation computer? ਜਿਹੜੇ ਵੈਕਿਊਮ ਵਾਲੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਸੀ ਉਹਨਾਂ ਦੇ ਵਿੱਚ ਮਸ਼ੀਨ ਲੈਂਗੁਏਜ ਵਰਤੀ ਜਾਂਦੀ ਸੀ। ਕੰਪਿਊਟਰ ਦਾ ਬ੍ਰੇਨ ਕਿਹਨੂੰ ਕਹਿੰਦੇ ਆ? ਇਹ ਤਾਂ ਬਹੁਤ ਵਾਰੀ ਕੁਐਸਚਨ ਆਪਾਂ ਨੇ ਆਮ ਤੌਰ ਤੇ ਦੇਖਿਆ। ਸੋ CPU ਨੂੰ ਆਪਾਂ ਕਹਿੰਦੇ ਆ ਬ੍ਰੇਨ ਆਫ ਦਾ ਕੰਪਿਊਟਰ। The output which consists of image, video, sound ਇਹਦੇ ਨਾਲ ਰਿਲੇਟਡ ਵੀ ਕੁਐਸਚਨ ਰੀਸੈਂਟਲੀ ਪੰਜਾਬ ਪਟਵਾਰੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਸੀ। ਸੋ ਆਊਟਪੁੱਟ ਜਿਹੜੀ ਚੀਜ਼ ਬਾਹਰ ਨਿਕਲਦੀ ਹੈ ਇਮੇਜ, ਵੀਡੀਓ, ਸਾਊਂਡ ਦੇ ਫਾਰਮ 'ਚ ਉਹਨੂੰ ਆਪਾਂ ਕਹਿੰਦੇ ਆ ਮਲਟੀਮੀਡੀਆ। ਆਪਸ਼ਨ 4 ਇਜ਼ ਦਾ ਰਾਈਟ ਆਨਸਰ। ਸੋ ਕਹਿੰਦੇ CPU ਇਹਨਾਂ ਦੇ ਵਿੱਚੋਂ ਕਿਹੜਾ ਐਡਰੈਸ ਜਨਰੇਟ ਕਰਦਾ? ਸੋ CPU ਕਰਦਾ ਲੌਜੀਕਲ ਐਡਰੈਸ। ਮਾਈਕਰੋ ਪ੍ਰੋਸੈਸਰ ਆਰ ਸਵਿਚਿੰਗ ਡਿਵਾਈਸ ਇਹ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਲਈ ਵਰਤੇ ਜਾਂਦੇ ਨੇ? ਸੋ ਮਾਈਕਰੋ ਪ੍ਰੋਸੈਸਰ ਲੇਟੈਸਟ ਚੀਜ਼ ਹੈ 4th ਜਨਰੇਸ਼ਨ। ਮੇਨ ਫਰੇਮ ਤੇ ਸੁਪਰ ਕੰਪਿਊਟਰ ਇਹਨਾਂ ਦੇ ਵਿਚਕਾਰ ਕੀ ਡਿਫਰੈਂਸ ਹੈ? ਮੇਨ ਫਰੇਮ, ਸੁਪਰ ਕੰਪਿਊਟਰ, ਇੰਬੈਡਡ ਕੰਪਿਊਟਰ ਇਹਨਾਂ ਕੰਪਿਊਟਰ ਦੀ ਫਾਰਮਸ ਨੂੰ ਲੈ ਕੇ ਵੀ ਪੰਜਾਬ ਪਟਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਆਏ ਸੀ। ਮੈਂ ਇਹ ਸਾਰੇ ਟੌਪਿਕ ਆਲਰੇਡੀ ਆਪਣੀ ਜੋ ਵੀ ਥਿਓਰੈਟੀਕਲ ਲੈਕਚਰਸ ਨੇ ਉਹਨਾਂ ਦੇ ਵਿੱਚ ਕਵਰ ਕੀਤੇ ਹੋਏ ਨੇ। ਸੋ ਮੇਨ ਫਰੇਮ ਤੇ ਸੁਪਰ ਕੰਪਿਊਟਰ ਦਾ ਜਿਹੜਾ ਸਭ ਤੋਂ ਜ਼ਰੂਰੀ ਡਿਫਰੈਂਸ ਹੈ ਉਹ ਹੈ ਕਿ ਜਿਹੜੇ ਸੁਪਰ ਕੰਪਿਊਟਰ ਨੇ ਉਹ ਫੋਕਸਡ ਹੁੰਦੇ ਨੇ ਟੂ ਐਗਜ਼ੀਕਿਊਟ ਫਿਊ ਪ੍ਰੋਗਰਾਮ ਐਜ਼ ਫਾਸਟ ਐਜ਼ ਪੋਸੀਬਲ, ਜਦ ਕਿ ਮੇਨ ਫਰੇਮ ਯੂਜ਼ ਕਰਦੇ ਨੇ ਆਪਣੀ ਪਾਵਰ ਕਿ ਉਹ ਕਨਕਰੈਂਟਲੀ ਇੱਕ ਤੋਂ ਬਾਅਦ ਇੱਕ ਮਤਲਬ ਪ੍ਰੋਪਰ ਕਨਕਰੈਂਟਲੀ ਆਪਣੀ ਪਾਵਰ ਯੂਜ਼ ਕਰਕੇ ਜਿਹੜਾ ਵੀ ਕੰਮ ਹੈ ਪ੍ਰੋਗਰਾਮ ਹੈ ਉਹਨਾਂ ਨੂੰ ਐਗਜ਼ੀਕਿਊਟ ਕਰ ਸਕਣ। ਜਿਹੜੇ ਸੁਪਰ ਕੰਪਿਊਟਰ ਨੇ ਇਹ ਮੋਸਟਲੀ ਯੂਜ਼ ਕੀਤੇ ਜਾਂਦੇ ਨੇ ਜਿਵੇਂ ਤੁਹਾਨੂੰ ਲੈਕਚਰ ਵਿੱਚ ਸਮਝਾਇਆ ਸੀ ਵੀ ਜੋ ਵੀ ਆਪਣੇ ਨਾਸਾ, ਇਸਰੋ ਜਿੰਨੀਆਂ ਵੀ ਸਾਇੰਟੀਫਿਕ ਚੀਜ਼ਾਂ ਹੁੰਦੀਆਂ ਨੇ ਸਪੇਸ ਦੇ ਵਿੱਚ ਜਾਂਦੇ ਨੇ ਉਹ ਸਾਰੀਆਂ ਜਿੰਨੀਆਂ ਵੀ ਟੈਕਨੀਕਲ ਜ਼ਿਆਦਾ ਚੀਜ਼ਾਂ ਨੇ ਜਿਹੜੇ ਆਪਣੇ ਫਾਸਟ ਪਰਫਾਰਮ ਕਰਨੀਆਂ ਹੁੰਦੀਆਂ ਨੇ ਉੱਥੇ ਆਪਾਂ ਸੁਪਰ ਕੰਪਿਊਟਰਸ ਦੀ ਵਰਤੋਂ ਕਰਦੇ ਹਾਂ। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ C। What is the date when Babbage conceived analytical engine? ਚਾਰਲਸ ਬੈਬੇਜ ਜਿਹਨੂੰ ਆਪਾਂ ਫਾਦਰ ਆਫ ਕੰਪਿਊਟਰ ਕਹਿੰਦੇ ਆ ਇਹਨੇ ਐਨਾਲਿਟੀਕਲ ਇੰਜਨ ਕਿਸ ਤਰੀਕ ਨੂੰ ਕਿਸ ਈਅਰ ਦੇ ਵਿੱਚ
ਉਰੇ ਆਪਣੇ ਕੋਲ what is the date means year। ਸੋ ਕਿਸ ਈਅਰ ਦੇ ਵਿੱਚ ਇਹਨੇ ਐਨਾਲਿਟੀਕਲ ਇੰਜਨ ਨੂੰ ਕਨਸੀਵ ਕੀਤਾ ਸੀ? ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਬੀ 1837। Which of the following is first computer to use? ਪਹਿਲਾ ਕੰਪਿਊਟਰ ਕਿਹੜਾ ਜਿਹਦੇ ਵਿੱਚ stored program concept ਵਰਤਿਆ ਗਿਆ ਸੀ? ਸੋ ਇਹ ਹੈ EDSAC ਆਪਸ਼ਨ ਸੀ। ਪਹਿਲਾ ਲੈਪਟਾਪ ਕੰਪਿਊਟਰ ਕਦੋਂ ਇੰਟਰੋਡਿਊਸ ਹੋਇਆ ਸੀ ਮਾਰਕੀਟ ਦੇ ਵਿੱਚ ਤੇ ਕਿਹਨੇ ਕੀਤਾ ਸੀ? ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਸੋ 1981 ਵਿੱਚ ਐਪਸਨ ਨੇ ਕੀਤਾ ਸੀ ਫਰਸਟ ਲੈਪਟਾਪ ਕੰਪਿਊਟਰ ਇੰਟਰੋਡਿਊਸਡ ਇਨ ਦ ਮਾਰਕੀਟ। ਡਾਇਰੈਕਟ ਐਂਟਰੀ ਇਨਪੁਟ ਡਿਵਾਈਸ ਕਿਹਨੂੰ ਕਿਹਾ ਜਾਂਦਾ ਹੈ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਡੀ ਆਪਟੀਕਲ ਸਕੈਨਰ ਹੈ, ਚਾਹੇ ਮਾਊਸ ਡਿਜੀਟਾਈਜ਼ਰ ਹੈ, ਲਾਈਟ ਪੈਨ ਹੈ, ਇਹ ਤਿੰਨੋਂ ਹੀ ਡਾਇਰੈਕਟ ਐਂਟਰੀ ਇਨਪੁਟ ਡਿਵਾਈਸਿਸ ਨੇ। Which of the following produce ਬੈਸਟ ਕੁਆਲਿਟੀ ਦੇ ਗ੍ਰਾਫਿਕ ਜੇ ਆਪਾਂ ਨੇ ਕੱਢਣੇ ਨੇ ਤਾਂ ਕਿਹੜੇ ਪ੍ਰਿੰਟਰ ਦੇ ਵਿੱਚ ਨਿਕਲਦੇ ਨੇ? ਸੋ ਉਹ ਨਿਕਲਦੇ ਨੇ ਪਲੋਟਰ ਵਿੱਚ। ਆਪਸ਼ਨ ਸੀ ਇਜ਼ ਦ ਰਾਈਟ ਆਨਸਰ। ਟੈਕਨੀਕ ਯੂਜ਼ਡ ਬਾਈ ਕੋਡਸ ਟੂ ਕਨਵਰਟ ਐਨ ਐਨਾਲੌਗ ਸਿਗਨਲ, ਜੇ ਆਪਾਂ ਨੇ ਕਿਸੇ ਵੀ ਐਨਾਲੌਗ ਸਿਗਨਲ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਆਪਾਂ ਜਿਹੜੀ ਟੈਕਨੀਕ ਦੀ ਵਰਤੋਂ ਕਰਦੇ ਹਾਂ ਉਸ ਟੈਕਨੀਕ ਦਾ ਨਾਮ ਹੈ ਪਲਸ ਕੋਡ ਮੋਡੂਲੇਸ਼ਨ। ਕਿਹੜਾ ਡਿਵਾਈਸ ਹੈ ਜਿਹਦੇ ਵਿੱਚ ਕੈਥੋਡ ਰੇ ਟਿਊਬਸ ਹੁੰਦੀਆਂ ਨੇ? ਸੋ ਉਹ ਹੈ ਕੰਪਿਊਟਰ ਦਾ ਮੋਨੀਟਰ। All operating system get their total memory initialized from। ਸੋ ਕੋਈ ਵੀ operating system ਹੈ ਉਹ ਜਿੰਨੀ ਵੀ total memory ਹੈ ਉਹ start ਕਿੱਥੋਂ ਹੁੰਦੀ ਹੈ, initialize ਕਿੱਥੋਂ ਹੁੰਦੀ ਹੈ? ਸੋ ਉਹ ਹੁੰਦੀ ਹੈ BIOS ਤੋਂ, Basic Input Output System। Next ਹੈ 197। A hard disk is divided into tracks which are further subdivided into। ਹਾਰਡ ਡਿਸਕ ਹੁੰਦੀ ਹੈ ਜਿਹੜੀ ਉਹਦੇ ਚ ਵੱਖ-ਵੱਖ ਤਰ੍ਹਾਂ ਦੇ ਟਰੈਕਸ ਹੁੰਦੇ ਨੇ। ਕਹਿੰਦੇ ਉਹ ਟਰੈਕਸ ਨੂੰ ਫਰਦਰ ਆਪਾਂ ਕਿਸ ਚੀਜ਼ ਦੇ ਵਿੱਚ ਵੰਡਦੇ ਹਾਂ? ਸੋ ਉਹਨੂੰ ਆਪਾਂ ਡਿਵਾਈਡ ਕਰਦੇ ਹਾਂ ਸੈਕਟਰਸ ਦੇ ਵਿੱਚ। ਕੰਪਿਊਟਰ ਅਸੈਸਿਬਿਲਿਟੀ ਫ੍ਰੈਂਡਲੀਨੈਸ, ਕਿਸੇ ਕੰਪਿਊਟਰ ਦੀ ਆਪਾਂ ਨੂੰ ਈਜ਼ੀਲੀ ਐਕਸੈਸ ਕਰ ਸਕਦੇ ਹਾਂ, ਚਲਾ ਸਕਦੇ ਹਾਂ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਉਹਨੂੰ ਆਪਾਂ ਕਹਿੰਦੇ ਹਾਂ ਅਸਿਸਟੈਂਸ ਟੈਕਨੋਲੋਜੀ। Which of the following option allow us to press control key and A key separately? ਸੋ ਕਹਿੰਦੇ ਇੱਕੋ ਹੀ ਸਮੇਂ ਤੇ ਜਿਹੜੇ ਆਪਾਂ ਕੰਟਰੋਲ ਦੱਬ ਕੇ A ਦੱਬ ਲੈਂਦੇ ਆ, ਜਿਹਦੇ ਨਾਲ ਆਪਾਂ ਸਾਰੀਆਂ all ਵਾਲੀ ਪੂਰੀ ਆਪਸ਼ਨਸ, ਪੂਰਾ ਕੋਈ ਡਾਕੂਮੈਂਟ ਹੈ ਉਹਨੂੰ ਆਪਾਂ ਜਾਂ ਕੋਈ ਵੀ ਫਾਈਲਸ ਨੇ ਆਪਾਂ all ਦੱਬ ਕੇ ਸਾਰਿਆਂ ਨੂੰ ਸਿਲੈਕਟ ਕਰ ਲੈਂਦੇ ਆ। ਕਹਿੰਦੇ ਇਹ ਆਪਸ਼ਨ ਹੈ ਜਿਹੜੀ, ਇਸ ਕੀਜ਼ ਨੂੰ ਕੀ ਕਿਹਾ ਜਾਂਦਾ ਹੈ? ਕੰਟਰੋਲ ਕੀ ਪਲੱਸ ਜਦੋਂ ਆਪਾਂ A ਕੀ ਦੱਬਦੇ ਆ ਤਾਂ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਕੰਬੀਨੇਸ਼ਨ ਹੈ ਇਹਨੂੰ ਆਪਾਂ ਕਹਿੰਦੇ ਆ ਸਟਿਕੀ ਕੀਜ਼। ਮਤਲਬ ਇਹ ਕੀਜ਼ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ, ਇੱਕੋ ਟਾਈਮ ਤੇ ਦੋਨਾਂ ਨਾਲ ਆਪਾਂ ਕੰਮ ਕੋਈ ਵੀ ਪਰਫਾਰਮ ਕਰ ਸਕਦੇ ਹਾਂ। ਤੇ ਅੱਜ ਦੇ ਆਪਣੇ ਇਸ ਲੈਕਚਰ ਦਾ ਲਾਸਟ ਕੁਐਸਚਨ ਹੈ ਟੌਗਲ ਕੀ। ਸੋ ਟੌਗਲ ਕੀ ਕਿਸ ਚੀਜ਼ ਦਾ ਫੀਚਰ ਹੈ? ਸੋ ਇਹ ਹੈ ਮਾਈਕਰੋਸਾਫਟ ਵਿੰਡੋਜ਼ ਦਾ ਫੀਚਰ। ਸੋ ਇਹ ਨੇ ਆਨਸਰਸ 200 ਦੇ 200 MCQs ਦੇ ਪ੍ਰੋਪਰਲੀ ਕੰਪਾਈਲਡ ਆਨਸਰਸ ਨੇ। And this was all about our part 1 ਤੇ part 2 ਦੇ ਵਿੱਚ ਜੋ remaining important topics ਰਹਿ ਗਏ ਨੇ ਮੈਂ ਉਹਨਾਂ ਦੇ MCQs ਲੈ ਕੇ ਆਉਂਗੀ। So this was all about our today's lecture. I hope you liked the video. Keep supporting Victor's Knowledge. Like, share, comment and subscribe to my channel. Thank you and good luck.